ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। तेरे कावण कावण गुण कह कह गावां, तू साहिब गुणी निधाना। तुमरी महिमा बरन न साको, तुमरी महिमा बरन न साको, तू ठाकर ऊंच भगवाना। हम रुड़ते फिरते कोई बात न पूछता, सतगुर संग कीरे हम थापे। जप मन सतनाम सदा सतनाम, हालत पालत मुख उजल होइया। नित ध्याइया हर पुरख निरंजना। जस करो वाहिगुरु दा, प्यारिओ मन नू एकाग्र करके। जस करो वाहिगुरु दा, प्यारिओ मन नू एकाग्र करके। प्यारे मन नू एकाग्र करके।
ਜਪ ਕਰ ਲੋ ਵਾਹਿਗੁਰੂ ਦਾ ਪਿਆਰ ਮਨ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਜਪ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਵਾਹਿਗੁਰੂ ਦਾ ਪਿਆਰ ਵਾਹਿਗੁਰੂ ਦਾ ਪਿਆਰ ਮਨ ਨੂੰ ਇਕਾਗਰ ਕਰਕੇ। ਜਪ ਕਰੋ ਵਾਹਿਗੁਰੂ ਦਾ ਪਿਆਰ ਮਨ ਨੂੰ ਇਕਾਗਰ ਕਰਕੇ। 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 ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਜਪ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਜਪ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ। ਪਰਮ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹਾਜ਼ਰਾ ਹਜੂਰ ਚਵਰਾ ਤਖਤਾ ਛਤਰਾਂ ਦੇ ਮਾਲਕ ਸ਼ਬਦ ਗੁਰੂ ਅਵਤਾਰ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਮਨ ਦੀ ਪੂਰਨ ਇਕਾਗਰਤਾ ਦੇ ਲਈ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਭਾਗੀ ਹਾਂ ਸਾਰੇ ਜੀਵ ਮਹਾਂਪੁਰਖਾਂ ਦੇ ਤਪ ਸਥਾਨ ਤੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਤੁਰਕੀ ਬਾਣੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸੰਗਤਾਂ ਦੇ ਨਾਲ ਮਿਲ ਕੇ ਹਾਜ਼ਰੀ ਭਰੀ ਹੈ। ਸ੍ਰੀ ਗੁਰਬਾਣੀ ਦੇ ਜਾਪ ਹੋਏ ਹੈ ਸੋ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਕਲਯੁਗੀ ਜੀਵਾਂ ਨੂੰ ਸਾਨੂੰ ਇਹੋ ਜਿਹਾ ਸੁਭਾਗ ਸਮਾਂ ਪ੍ਰਾਪਤ ਹੋ ਜਾਣਾ, ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਗੋਦ ਵਿੱਚ ਬੈਠ ਕੇ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਗੁਣ ਗਾ ਲੈਣਾ। ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਜਪ ਮਨ ਸਤਨਾਮ ਸਦਾ ਸਤਨਾਮ। ਪਾਤਸ਼ਾਹ ਕਹਿੰਦੇ ਹੈ ਮਨ ਤੂੰ ਸਦਾ ਹਰ ਟਾਈਮ ਹਰ ਸਮੇਂ ਉਸ ਅਕਾਲ ਪੁਰਖ ਪਰਮਾਤਮਾ ਦਾ ਜੋ ਨਾਮ ਹੈ, ਵਾਹਿਗੁਰੂ ਸਿਮਰਨ ਹੈ, ਸਤਨਾਮ ਦਾ ਜਾਪ ਹੈ, ਉਹ ਕਰਿਆ ਕਰ। ਉਹਦੇ ਨਾਲ ਤੇਰਾ ਮੁਖ ਜਿਹੜਾ ਹੈ ਉਹ ਉਜਲ ਹੋ ਜਾਣਾ ਹੈ। ਗੱਜ ਕੇ ਆਖੋ ਸਤਨਾਮ। ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਨਿਤ ਜਿਹੜੇ ਉਸ ਨੂੰ ਧਿਆਉਂਦੇ ਆ, ਉਹਦੀ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਆ, ਉਹਦੇ ਗੁਣ ਗਾਉਂਦੇ ਆ, ਜਿਹੜੇ ਉਹਨਾਂ ਦਾ ਮੁਖ ਉਜਲ ਹੋ ਜਾਂਦਾ ਹੈ। ਸੋ ਸਤਸੰਗ ਵਿੱਚ ਜੁੜੇ ਆ ਗੁਰਮੁਖੋ। ਸਤਸੰਗ ਦਾ ਬਹੁਤ ਵੱਡਾ ਮਹੱਤਵ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥਾ ਇੱਕੋ ਨਾਮ ਬਖਾਣੀ ਹੈ। ਸਤ ਸੰਗ ਕੀ ਹੈ? ਜਿੱਥੇ ਕੇਵਲ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੋਵੇ, ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਵਡਿਆਈ ਹੋਵੇ, ਉਹਨੂੰ ਸਤਸੰਗ ਕਿਹਾ ਜਾਂਦਾ ਹੈ।
ਸਤ ਸੰਗ ਬਿਨਾਂ ਕਰਮਾਂ ਤੋਂ ਪ੍ਰਾਪਤ ਨਹੀਂ ਹੋ ਸਕਦਾ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰਮੁਖੋ ਸਤ ਸੰਗ ਵਿੱਚ ਜੁੜਿਆ ਤੋਂ ਬਿਨਾਂ, ਸਤ ਸੰਗ ਵਿੱਚ ਆਇਆ ਤੋਂ ਬਿਨਾਂ ਸਾਡੇ ਜੀਵਨ ਦਾ ਉਧਾਰ ਨਹੀਂ ਹੋ ਸਕਦਾ। ਜੇ ਮਨ ਦਾ ਟਿਕਾ ਹੋਣਾ ਹੈ, ਜੇ ਮਨ ਟਿਕਣਾ ਹੈ ਤੇ ਕੇਵਲ ਸਤ ਸੰਗ ਵਿੱਚ ਬੈਠ ਕੇ ਜੁੜ ਕੇ ਹੀ ਟਿਕਾ ਹੋਣਾ ਹੈ। ਹੌਲੀ 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 ਮਨ ਟਿਕਾ ਦੇ ਵਿੱਚ ਆ ਜਾਂਦਾ ਹੈ। ਫਿਰ ਇੱਕ ਜਗ੍ਹਾ ਟਿਕਿਆ ਹੋਈ ਕੋਈ ਵੀ ਵਸਤੂ ਹੈ ਜਿਹੜੀ ਇੱਕ ਜਗ੍ਹਾ ਇੱਕ ਥਾਂ ਤੇ ਟਿਕਿਆ ਪੱਥਰ ਦਾ ਟੁਕੜਾ ਜਿਹੜਾ ਗੁਰਮੁਖੋ ਇੱਕ ਦਿਨ ਪਹਾੜ ਬਣ ਜਾਂਦਾ ਹੈ। ਇੱਕ ਥਾਂ ਤੇ ਡਿੱਗਿਆ ਹੋਇਆ ਇੱਕ ਬੀਜ ਉਹ ਟਿਕ ਜਾਂਦਾ ਇੱਕ ਥਾਂ ਤੇ। ਛੋਟਾ ਜਿਹਾ ਬੀਜ ਉਹ ਦਰਖਤ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਜੇ ਟਿਕ ਗਿਆ ਤਾਂ ਇੱਕ ਨਾ ਇੱਕ ਦਿਨ ਸਮਾਧੀ ਦੇ ਵਿੱਚ ਬਦਲ ਜਾਣਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। 2 ਮਿੰਟ 5 ਮਿੰਟ 10 ਮਿੰਟ ਅੱਧਾ ਘੰਟਾ ਹੌਲੀ 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 ਜਿਹੜਾ ਇਹ ਸਮਾਂ ਵੱਧਦਾ ਜਾਂਦਾ। ਜਿਉਂ ਜਿਉਂ ਆਨੰਦ ਆਉਣਾ ਸਮਾਂ ਵਧੀ ਜਾਣਾ। ਪਰ ਇਹਦੇ ਲਈ ਇਕਾਗਰਤਾ ਦੀ ਲੋੜ ਹੈ। ਚੌਕੜਾ ਮਾਰ ਕੇ ਬਹਿ ਜਾ, ਜਪਣ ਲੱਗ ਜਾ, ਇੱਕ ਨਾ ਇੱਕ ਦਿਨ ਤੇ ਪਾਤਸ਼ਾਹ ਨੇ ਕਿਰਪਾ ਕਰ ਹੀ ਦੇਣੀ ਹੈ ਤੇਰੇ ਤੇ। ਬਹਿਣਾ ਔਖਾ ਹੈ, ਟਾਈਮ ਕੱਢਣਾ ਬੜਾ ਔਖਾ ਹੈ। ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਔਖਾ ਗੁਰਮੁਖੋ। ਬਾਕੀ ਦੁਨੀਆ ਦੇ ਸਾਰੇ ਕੰਮ ਬੜੇ ਸੌਖੇ ਨੇ। ਆਖਣ ਔਖਾ ਸਾਚਾ ਨਾਉ, ਇਹ ਪਾਵਨ ਬਾਣੀ ਦਾ ਫੈਸਲਾ ਹੈ। ਕਿਉਂਕਿ ਚੌਕੜਾ ਮਾਰਨਾ ਹੀ ਬੜਾ ਔਖਾ ਸੀ। 5 ਮਿੰਟ 7 ਮਿੰਟ 10 ਮਿੰਟ ਚੌਕੜਾ ਨਹੀਂ ਮਾਰ ਸਕਦੇ। ਫਿਰ ਪਾਸੇ ਮਾਰਨ ਲੱਗ ਜਾਂਦਾ, ਜੀਭ ਹਿੱਲਣ ਲੱਗ ਜਾਂਦਾ, ਕਦੇ ਲੱਤ ਸਿੱਧੀ ਕਰ ਲਈ, ਕਦੇ ਟੇਢੀ ਕਰ ਲਈ। ਚੌਕੜਾ ਮਾਰਨਾ ਕੋਈ ਸੌਖੀ ਗੱਲ ਹੈ? ਇਹ ਤੇ ਜਿਨ੍ਹਾਂ ਤੇ ਕਿਰਪਾ ਹੈ ਉਹ ਪਤਾ ਨਹੀਂ ਕਿੰਨੇ ਕਿੰਨੇ ਘੰਟਿਆਂ ਦਾ ਚੌਕੜਾ, ਕਿੰਨੇ ਕਿੰਨੇ ਦਿਨਾਂ ਦੀ ਸਮਾਧੀ, ਕਿੰਨੇ ਕਿੰਨੇ ਮਹੀਨਿਆਂ ਦੀ, ਕਿੰਨੇ ਕਿੰਨੇ ਸਾਲਾਂ ਦੀ ਸਮਾਧੀ ਉਹਨਾਂ ਦੀ ਲੱਗ ਜਾਂਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਸਤ ਸੰਗ ਦਾ ਬਹੁਤ ਵੱਡਾ ਮਹੱਤਵ ਹੈ। ਬਾਦਸ਼ਾਹ ਕਹਿੰਦੇ ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਕਹਿੰਦੇ ਤਰਿਆ ਕੌਣ ਹੈ? ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਕੌਣ ਹੁੰਦਾ? ਜਿਹਨੇ ਸਤ ਸੰਗ ਵਿੱਚ ਜੁੜਦਾ ਜਿਹੜਾ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਮੇਰੇ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸੋ ਤਰਿਆ ਮੇਰੇ ਮਾਧੋ ਜੀ। ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਮਾਧੋ ਜੀ 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 ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸੰਗਤ ਮਿਲੈ ਸੋ ਤਰਿਆ ਮੇਰੇ
भागों दी संग मिले को तरिया मेरे भागों दी। ਪਾਤਸ਼ਾਹ ਕਹਿੰਦੇ ਸੰਸਾਰ ਰੂਪੀ ਭਾਵ ਸਾਗਰ ਤੋਂ ਪਾਰ ਹੋਣਾ ਤੇ ਸਤ ਸੰਗ ਵਿੱਚ ਜਾਣਾ ਪੈਣਾ। ਸਤ ਸੰਗ ਤੋਂ ਬਿਨਾਂ ਸਾਡੇ ਜੀਵਨ ਦਾ ਉਧਾਰ ਨਹੀਂ ਹੈ। ਸੰਸਾਰ ਵਿੱਚ ਮਾਤ ਲੋਕ ਵਿੱਚ ਸੱਚਖੰਡ ਤੋਂ ਸਤ ਸੰਗ ਤੋਂ ਬਿਨਾਂ ਕੋਈ ਵੱਡਾ ਸੱਚਖੰਡ ਨਹੀਂ ਹੈ ਗੁਰਮੁਖੋ। ਜਿਹੜਾ ਸਤ ਸੰਗ ਦਾ ਆਨੰਦ ਆ ਦੁਨੀਆ ਤੋਂ ਵੱਖਰਾ ਹੈ। ਇਹਨਾਂ ਸਵਰਗਾਂ ਦੇ ਵਿੱਚ ਵੀ ਆਨੰਦ ਨਹੀਂ ਆਉਂਦਾ, ਵੈਕੁੰਠ ਦੇ ਵਿੱਚ ਵੀ ਆਨੰਦ ਨਹੀਂ ਆਉਂਦਾ ਜਿਨ੍ਹਾਂ ਮਹਾਂਪੁਰਖਾਂ ਦੇ ਸਤ ਸੰਗ ਵਿੱਚ ਜੁੜ ਕੇ ਆਨੰਦ ਬਣਦਾ ਹੈ। ਭਗਤ ਕਬੀਰ ਜੀ ਜਦੋਂ ਮੌਤ ਦਾ ਸਮਾਂ ਨੇੜੇ ਆਇਆ, ਕਹਿੰਦੇ ਰੋਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉੱਚੀ ਉੱਚੀ ਰੋਣ ਲੱਗੇ। ਹੁਣ ਸੇਵਕਾਂ ਨੇ ਪੁੱਛਿਆ, ਭਗਤ ਜੀ ਤੁਸੀਂ ਤੇ ਇੰਨੀ ਬੰਦਗੀ ਕੀਤੀ ਹੈ, ਨਾਮ ਜਪਿਆ, ਪਰਮੇਸ਼ਰ ਦਾ ਰੂਪ ਆਤਮਾ ਪਰਮਾਤਮਾ ਦਾ ਮਿਲਾਪ ਹੈ, ਤੁਸੀਂ ਤੇ ਵੈਕੁੰਠਾਂ ਨੂੰ ਜਾਣਾ, ਸਵਰਗਾਂ ਨੂੰ ਜਾਣਾ, ਤੁਸੀਂ ਕਿਉਂ ਡਰਦੇ ਹੋ? ਭਗਤ ਕਬੀਰ ਜੀ ਕਹਿਣ ਲੱਗੇ, ਮੈਂ ਮੌਤ ਤੋਂ ਨਹੀਂ ਡਰਦਾ, ਮੈਂ ਨਰਕਾਂ ਤੋਂ ਨਹੀਂ ਡਰਦਾ। ਕਹਿੰਦੇ ਮੈਨੂੰ ਇੱਕ ਗੱਲ ਦਾ ਦੁੱਖ ਹੈ। ਭਗਤ ਜੀ ਕਹਿੰਦੇ ਰਾਮ ਬੁਲਾਵਾ ਭੇਜਿਆ ਭਏ ਕਬੀਰਾ ਰੋਏ। ਕਹਿੰਦੇ ਪਰਮੇਸ਼ਰ ਨੇ ਪਰਮਾਤਮਾ ਨੇ ਹੁਕਮ ਆ ਗਿਆ, ਬੁਲਾਵਾ ਭੇਜ ਦਿੱਤਾ। ਕਬੀਰ ਸਾਹਿਬ ਕਹਿੰਦੇ ਰੋ ਰਹੇ, ਆਪਣੇ ਆਪ ਨੂੰ ਸੰਬੋਧਿਤ ਕਰਦੇ, ਜੋ ਸੁਖ ਸਾਧੂ ਸੰਗ ਮੈਂ ਸੋ ਵੈਕੁੰਠ ਨਾ ਹੋਏ। ਭਗਤ ਕਬੀਰ ਜੀ ਕਹਿੰਦੇ ਜੋ ਸੁਖ ਸਾਧੂ ਸੰਗ ਮੈਂ, ਜਿਹੜਾ ਆਨੰਦ ਮਹਾਂਪੁਰਖਾਂ ਦੀ ਸੰਗਤ ਵਿੱਚ ਹੈ ਸੋ ਵੈਕੁੰਠ ਨਾ ਹੋਏ। ਕਹਿੰਦੇ ਵੈਕੁੰਠਾਂ ਵਿੱਚ ਉਹ ਪ੍ਰਾਪਤ ਨਹੀਂ ਹੋਣਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭਗਤ ਕਬੀਰ ਜੀ ਦੀ ਪਾਵਨ ਬਾਣੀ ਦਾ ਫੈਸਲਾ ਹੈ। ਕਹਿੰਦੇ ਮਹਾਂਪੁਰਖਾਂ ਦੀ ਸੰਗਤ ਵਿੱਚ ਇੰਨਾ ਆਨੰਦ ਹੈ, ਉਹ ਵੈਕੁੰਠਾਂ ਦੇ ਵਿੱਚ ਵੀ ਪ੍ਰਾਪਤ ਨਹੀਂ ਹੋਣਾ, ਸਵਰਗਾਂ ਦੇ ਵਿੱਚ ਵੀ ਜਾ ਕੇ ਨਹੀਂ ਲੱਭਣਾ। ਇਹ ਸਤਸੰਗ ਦਾ ਐਡਾ ਵੱਡਾ ਫਲ ਹੈ। ਕਿਉਂ ਪਤਾ ਨਹੀਂ ਹੁਣ ਕਿੰਨੀਆਂ ਰੱਬ ਰੂਹਾਂ ਇੱਥੇ ਜੁੜਦੀਆਂ ਤੇ ਕਿੰਨਿਆਂ ਚੋਂ ਕਿੰਨਿਆਂ ਦੀ ਕਿੰਨੀ ਕਮਾਈ ਹੈ, ਕਿੰਨੀ ਬੰਦਗੀ ਹੈ, ਸਾਨੂੰ ਪਤਾ ਨਹੀਂ। ਤੇ ਕਿਹਦੇ ਦਰਸ਼ਨ ਕਰਕੇ ਸਾਡਾ ਵੀ ਭਲਾ ਹੋ ਜਾਣਾ ਹੈ। ਕਿੰਨੀਆਂ ਨਾਮ ਜਪਣ ਵਾਲੀਆਂ ਰੂਹਾਂ ਸਤਸੰਗ ਵਿੱਚ ਆਉਂਦੀਆਂ ਜੁੜਦੀਆਂ, ਕੋਈ ਪਤਾ ਕਿਸੇ ਨੂੰ। ਸੋ ਇਸ ਕਰਕੇ ਸਤਸੰਗ ਦਾ ਬਹੁਤ ਵੱਡਾ ਲਾਭ ਹੈ, ਬਹੁਤ ਵੱਡਾ ਮਹੱਤਵ ਹੈ। ਅੰਮ੍ਰਿਤ ਵੇਲੇ ਦਾ ਜਾਗਣਾ ਜਿਹੜਾ ਗੁਰਮੁਖ, ਉਹਦਾ ਬਹੁਤ ਵੱਡਾ ਮਹੱਤਵ ਹੈ। ਸਤਸੰਗ ਵਿੱਚ ਜਿਹੜਾ ਜੁੜਦਾ ਨਾ, ਬਹੁਤ ਵੱਡਾ ਮਹੱਤਵ ਹੈ ਉਹਦਾ, ਅੰਮ੍ਰਿਤ ਵੇਲੇ ਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੋ ਇਸ ਕਰਕੇ ਰਾਜਾ ਹਰੀ ਚੰਦ ਹੋਇਆ, ਬੜਾ ਵੱਡਾ ਰਾਜਾ ਸੀ। ਉਹਦੇ ਘਰ ਵਾਲੀ ਤਾਰਾ ਰਾਣੀ ਜਿਹੜੀ ਬਹੁਤ ਹੀ ਧਾਰਮਿਕ ਖਿਆਲਿਆਂ ਦੀ ਸੀ, ਧਾਰਮਿਕ ਵਿਚਾਰਾਂ ਦੀ, ਪਰਮਾਤਮਾ ਦਾ ਭਜਨ ਕਰਨ ਵਾਲੀ, ਬੰਦਗੀ ਕਰਨ ਵਾਲੀ। ਜਿੰਨਾ ਉਹ ਧਾਰਮਿਕ ਸੀ ਉਨਾ ਹੀ ਰਾਜਾ ਜਿਹੜਾ ਉਹ ਨਾਸਤਿਕ ਸੀ। ਦੋਨਾਂ ਦੇ ਵਿਚਾਰ ਨਾ ਮਿਲੇ। ਉਹ ਕਸੰਗਤ ਕਰਨ ਵਾਲਾ ਸੀ, ਉਹ ਸਤਸੰਗ ਕਰਨ ਵਾਲੀ ਸੀ, ਨਾਮ ਜਪਣ ਵਾਲੀ ਸੀ ਤਾਰਾ ਰਾਣੀ। ਭਜਨ ਕਰਨਾ, ਬੰਦਗੀ ਕਰਨੀ, ਮਹਾਂਪੁਰਖਾਂ ਦੀ ਸੰਗਤ ਕਰਨੀ, ਉਹਦਾ ਜੀਵਨ ਐਸਾ ਸੀ। ਤੇ ਉਹਨੇ ਰਾਜੇ ਨੂੰ ਕਹਿਣਾ ਵੀ ਚਲੋ ਸਤ ਸੰਗ ਵਿੱਚ ਚੱਲੀਏ, ਕਿਤੇ ਮਹਾਂਪੁਰਖਾਂ ਦੀ ਸੰਗਤ ਕਰੀਏ, ਕੋਈ ਪਰਮੇਸ਼ਰ ਦੇ ਨਾਮ ਦਾ ਕੋਈ ਵਿਚਾਰ ਸੁਣੀਏ ਮਹਾਂਪੁਰਖਾਂ ਕੋਲ ਜਾ ਕੇ। ਤੇ ਰਾਜੇ ਨੇ ਕਹਿਣਾ ਵੀ ਉੱਥੇ ਕੀ ਹੈ, ਟਾਈਮ ਖਰਾਬ ਕਰਨ ਵਾਲੀ ਗੱਲ ਹੈ, ਲੋਕ ਐਵੇਂ ਤੁਰੇ ਫਿਰਦੇ ਆ। ਕਿਉਂਕਿ ਜਿਹੜੇ ਨਾਸਤਿਕ ਆ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਸੋਝੀ ਨਹੀਂ, ਉਹਨਾਂ ਨੂੰ ਕੋਈ ਸੰਗਤ ਚੰਗੀ ਲੱਗਦੀ ਹੈ। ਜਿਹੜੇ ਹੁਣ ਨਾਮ ਜਪਣ ਵਾਲੇ ਨੇ, ਗੁਰਮੁਖ ਨੇ, ਜਿਹੜੇ ਜਿਨ੍ਹਾਂ ਨੂੰ ਹਿਰਦੇ ਚੋਂ ਨਾਮ ਦੀ ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਉਹਨਾਂ ਦੇ ਖੋਹ ਪੈਣ ਲੱਗ ਜਾਂਦੀ ਹੈ ਜਦੋਂ ਅੰਮ੍ਰਿਤ ਵੇਲਾ ਹੋਵੇ। ਵੀ ਚਲੋ ਗੁਰੂ ਘਰ ਚੱਲੀਏ, ਸਤਸੰਗ ਵਿੱਚ ਚੱਲੀਏ। ਜੇ ਇੱਕ ਦਿਨ ਨਾ ਆਇਆ ਜਾਵੇ ਤੇ ਕੁਝ ਐ ਲੱਗਦਾ ਵੀ ਕੁਝ ਨਾ ਕੁਝ ਗਵਾਚ ਗਿਆ ਅੱਜ ਮੇਰੇ ਜੀਵਨ ਵਿੱਚੋਂ। ਜਿਨ੍ਹਾਂ ਨੂੰ ਸ਼ਰਧਾ ਨਾ, ਇੱਕ ਦਿਨ ਨਿਤਨੇਮ ਦਾ ਨਾਂਗਾ ਪੈ ਜਾਏ ਤੇ ਇਉਂ ਲੱਗਦਾ ਵੀ ਕੁਝ ਨਾ ਕੁਝ ਗਵਾਚ ਗਿਆ ਮੇਰਾ।
ਇੱਕ ਨਾ ਇੱਕ ਦਿਨ, ਕਿਉਂਕਿ ਇਹ ਖੁਰਾਕ ਹੈ ਸਾਡੇ ਰੂਹ ਦੀ ਖੁਰਾਕ ਹੈ, ਮਨ ਦੀ ਖੁਰਾਕ ਜਿਹੜੀ ਹੈ ਗੁਰਮੁਖੋ ਸਤਸੰਗ ਹੈ, ਨਾਮ ਹੈ, ਸਿਮਰਨ ਹੈ, ਭਜਨ ਬੰਦਗੀ ਹੈ। ਫਿਰ ਉਹ ਮਨ ਨੂੰ ਭੁੱਖ ਲੱਗਦੀ ਹੈ, ਮਨ ਨੂੰ ਪਿਆਸ ਲੱਗਦੀ ਹੈ। ਇਸੇ ਕਰਕੇ ਜੀਵ ਦੌੜਿਆ ਆਉਂਦਾ, ਚਲਿਆ ਆਉਂਦਾ ਭੱਜ ਕੇ ਸਤਸੰਗ ਵਿੱਚ ਆਉਂਦੇ। ਅਸੀਂ ਸਤਸੰਗ ਵਿੱਚ ਜੁੜਦੇ ਅਸੀਂ ਸਾਰੇ। ਸੋ ਇਹ ਬਿਨਾਂ ਭਾਗਾਂ ਤੋਂ ਪ੍ਰਾਪਤ ਨਹੀਂ ਹੋਇਆ ਕਰਦਾ। ਹੁਣ ਉਹਨਾਂ ਦਾ ਦੋਨਾਂ ਦਾ ਵਿਚਾਰ ਨਹੀਂ ਮਿਲਦੇ। ਉਹ ਰਾਣੀ ਬੜੀ ਦੁਖੀ ਹੈ ਵਿਚਾਰੀ ਵੀ ਸਤਸੰਗ ਕਿਤੋਂ ਨਾ ਕਿਤੋਂ ਪ੍ਰਾਪਤ ਹੋਵੇ, ਮਹਾਂਪੁਰਖਾਂ ਦੀ ਸੰਗਤ ਮਿਲੇ, ਮੈਂ ਕਿੱਥੇ ਫਸ ਗਈ ਇੱਥੇ। ਹੁਣ ਰਾਜੇ ਤੋਂ ਡਰ ਵੀ ਲੱਗਦਾ, ਵਾਰ-ਵਾਰ ਕਹਿ ਵੀ ਨਹੀਂ ਸਕਦੀ। ਤਾਂ ਉਹ ਰਾਜੇ ਦੇ ਰਾਜ ਵਿੱਚ ਕੋਈ ਸਾਧੂ ਮਹਾਤਮਾ ਆਏ, ਉਹਨਾਂ ਦੇ ਮਹਿਲਾਂ ਦੇ ਨੇੜੇ ਕਿਤੇ ਬਾਹਰ ਉਹਨਾਂ ਨੇ ਡੇਰਾ ਲਾ ਲਿਆ। ਹੁਣ ਜਿੱਥੇ ਸਾਧੂ ਮਹਾਤਮਾ ਨਾਮ ਜਪਣ ਲੱਗ ਜਾਂਦੇ ਆ, ਤਪੱਸਿਆ ਕਰਨ ਲੱਗ ਜਾਂਦੇ ਆ, ਉਹ ਧਰਤੀ ਤੇ ਭਾਗ ਜਾਗ ਪੈਂਦੇ ਨੇ, ਉਸ ਇਲਾਕੇ ਦੇ ਭਾਗ ਜਾਗ ਪੈਂਦੇ ਆ। ਜੰਗਲਾਂ ਵਿੱਚ ਮੰਗਲ ਕਰ ਦਿੰਦਾ, ਜਿੱਥੇ ਹੋਵੇ ਵਾਸਾ ਸੰਤਾਂ ਦਾ। ਰੱਬ ਨੂੰ ਵੀ ਮੰਗਣਾ ਮੰਨਣਾ ਪੈ ਜਾਂਦਾ, ਕੀਤਾ ਅਰਦਾਸਾ ਸੰਤਾਂ ਦਾ। ਕਹਿੰਦੇ ਮਹਾਂਪੁਰਖ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਨੇ, ਔਰ ਜਿਹੜੀ ਅਰਦਾਸ ਬੇਨਤੀ ਦਿਲੋਂ ਮਹਾਂਪੁਰਖ ਹਿਰਦੇ ਚੋਂ ਕਰਦੇ ਨੇ, ਕਹਿੰਦੇ ਉਹ ਪਰਮੇਸ਼ਰ ਨੂੰ ਮੰਨਣਾ ਪੈਂਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਮੰਨਣੀ ਪੈਂਦੀ ਹੈ। ਹੁਣ ਉਹ ਮਹਾਂਪੁਰਖਾਂ ਦਾ ਸਵੇਰੇ ਸਵੇਰੇ ਸਤਸੰਗ ਕਰਨਾ, ਉਹਨਾਂ ਨੇ ਆਲੇ ਦੁਆਲੇ ਦੀਆਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਪਤਾ ਲੱਗ ਗਿਆ ਇਲਾਕੇ 'ਚ ਸਾਰੇ 'ਚ, ਕਿਉਂਕਿ ਨਾਮ ਦੀ ਗੂੰਜ ਪੈ ਜਾਂਦੀ ਹੈ। ਸਾਰਿਆਂ ਨੂੰ ਪਤਾ ਲੱਗ ਗਿਆ, ਤਾਰਾ ਰਾਣੀ ਨੂੰ ਵੀ ਪਤਾ ਲੱਗ ਗਿਆ ਵੀ ਕੋਈ ਇੱਥੇ ਜੰਗਲ 'ਚ ਨੇੜੇ ਸਾਧੂ ਆਏ, ਉਹਨਾਂ ਨੇ ਡੇਰਾ ਲਾਇਆ। ਅੰਮ੍ਰਿਤ ਵੇਲੇ ਸਤਸੰਗ ਚੱਲਦਾ, ਸੰਗਤਾਂ ਨਾਮ ਜਪਦੀਆਂ, ਬਾਣੀ ਪੜ੍ਹਦੀਆਂ, ਜਾ ਕੇ ਕੀਰਤਨ ਕਰਦੀਆਂ, ਸੰਗਤਾਂ ਹਾਜ਼ਰੀ ਭਰਦੀਆਂ। ਉਹਦਾ ਵੀ ਮਨ ਬਣ ਗਿਆ। ਹੁਣ ਉਹਨੇ ਸੋਚਿਆ ਵੀ ਜੇ ਰਾਜੇ ਨੂੰ ਕਿਹਾ, ਉਹਨੇ ਤੇ ਮੰਨਣਾ ਹੀ ਨਹੀਂ। ਤੇ ਉਹਨੇ ਮਨ ਵਿੱਚ ਹੀ ਆਪਣੇ ਵਿਚਾਰ ਕੀਤਾ ਵੀ ਕਿਉਂ ਨਾ ਮੈਂ ਬਿਨਾਂ ਦੱਸੇ ਚਲੇ ਜਾਇਆ ਕਰਾਂ, ਕਿਉਂਕਿ ਰਾਜਾ ਰਾਤ ਨੂੰ ਲੇਟ ਸੌਂਦਾ ਹੈ ਤੇ ਅੰਮ੍ਰਿਤ ਵੇਲੇ ਉੱਠਣਾ ਵੀ ਨਹੀਂ। ਉਹਨੇ ਉੱਠਣਾ ਵੀ ਲੇਟ ਹੀ, ਦਿਨ ਚੜੇ ਆ। ਜਦ ਤੱਕ ਮੈਂ ਜਦੋਂ ਨੂੰ ਇਹਨੇ ਉੱਠਣਾ ਉਦੋਂ ਤੱਕ ਵਾਪਸ ਆ ਜਾਇਆ ਕਰਨਾ ਸਤਸੰਗ ਕਰਕੇ। ਇਹ ਵਿਚਾਰ ਉਹਦਾ ਬਣ ਗਿਆ, ਕਿਉਂਕਿ ਉਹਦੇ ਮਨ ਨੂੰ ਭੁੱਖ ਲੱਗੀ ਹੈ, ਪਿਆਸ ਲੱਗੀ ਹੈ। ਕਿਤੋਂ ਨਾਮ ਦੀ ਕਿਣਕਾ ਮਿਲੇ, ਸਤਸੰਗ ਮਿਲੇ, ਮਹਾਂਪੁਰਖਾਂ ਦੀ ਸੰਗਤ ਮਿਲੇ। ਸੰਗਤ ਕਰਨ ਵਾਲੀ ਸੀ, ਗੁਰਮੁਖ ਪਰਿਵਾਰ ਚੋਂ ਆਈ ਹੈ। ਨਾਸਤਿਕ ਦੇ ਨਾਲ ਉਹਦਾ ਜੋੜ ਪੈ ਗਿਆ, ਵਿਆਹ ਹੋ ਗਿਆ। ਤੇ ਗੁਰਮੁਖ ਉਹਨੇ ਮਨ ਵਿੱਚ ਹੀ ਬਸ ਅਰਦਾਸ ਕਰੀ ਜਾਣੀ ਸਤਿਗੁਰਾਂ ਦੇ ਚਰਨਾਂ 'ਚ, ਅਕਾਲ ਪੁਰਖ ਦੇ ਪਰਮਾਤਮਾ ਦੇ। ਕਿਉਂਕਿ ਅਰਦਾਸ ਜਿਹੜੀ ਹੈ ਉਹ ਜੇ ਹਿਰਦੇ ਵਿੱਚੋਂ ਹੋਵੇ ਤੇ ਪੂਰੀ ਹੋ ਜਾਂਦੀ ਹੈ। ਵਿਅਕਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਰਦਾਸਾਂ ਤੇ ਅਸੀਂ ਵੀ ਕਰਦੇ ਆ, ਪਰ ਪੂਰੀਆਂ ਨਹੀਂ ਹੁੰਦੀਆਂ, ਕਿਉਂਕਿ ਅਸੀਂ ਤਨ ਕਰਕੇ ਕਰਦੇ ਆ। ਜਿਹੜੇ ਮਨ ਕਰਕੇ ਅਰਦਾਸ ਹੈ ਪੂਰੀ, ਉਹ ਹੋਣੀ ਹੈ, ਉਹ ਪੂਰੀ ਹੁੰਦੀ ਹੈ, ਵਿਅਕਤੀ ਨਹੀਂ ਜਾਂਦੀ ਉਹ। ਜਿਵੇਂ ਮਹਾਤਮਾ ਬੁੱਧ ਤੁਰੇ ਜਾ ਰਹੇ ਆ ਜੰਗਲਾਂ ਚੋਂ, ਬੜੀ ਬੰਦਗੀ ਸੀ, ਬੜੀ ਕਮਾਈ ਸੀ ਮਹਾਤਮਾ ਬੁੱਧ ਜੀ ਦੀ। ਤੇ ਜੰਗਲ 'ਚੋਂ ਤੁਰੇ ਜਾਂਦੇ ਆ। ਇੱਕ ਡਾਕੂ ਉੱਥੇ ਜੰਗਲ 'ਚ ਬੈਠਾ, ਉਹਨੇ ਆਵਾਜ਼ ਮਾਰੀ, ਕਹਿੰਦੇ ਬਾਬਾ ਜੀ ਕਿੱਧਰ ਚੱਲੇ ਹੋ? ਕਹਿੰਦੇ ਰੁਕ ਜਾਓ। ਤੇ ਮਹਾਤਮਾ ਬੁੱਧ ਜੀ ਕਹਿਣ ਲੱਗੇ ਮੈਂ ਤੇ ਰੁਕਿਆ ਹੀ ਹਾਂ। ਕਹਿੰਦੇ ਤੂੰ ਵੀ ਰੁਕ ਜਾ, ਹੁਣ ਬਥੇਰਾ ਭੱਜ ਲਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਸ਼ਬਦ ਦੀ ਚੋਟ ਮਾਰੀ, ਉਸ ਡਾਕੂ ਦਾ ਜੀਵਨ ਬਦਲ ਗਿਆ। ਉਸ ਚੋਰ ਦਾ ਜਿਹੜਾ ਦਿਨ ਰਾਤ ਦੌੜਿਆ ਫਿਰਦਾ, ਚੋਰੀਆਂ ਕਰਦਾ ਸੀ, ਉਹਦਾ ਜੀਵਨ ਬਦਲ ਗਿਆ। ਆਪਣੇ ਕੋਲ ਬਿਠਾ ਲਿਆ, ਭਜਨ ਵਾਲਿਆਂ ਕੋਲ, ਬੰਦਗੀ ਵਾਲਿਆਂ ਕੋਲ ਬਹਿ ਕੇ ਫਿਰ ਉਹੋ ਜਿਹਾ ਹੀ ਮਨ ਬਣ ਜਾਂਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਡਾਕੂ ਦਾ ਜੀਵਨ ਬਦਲਿਆ, ਉਹ ਵੀ ਸਾਧੂ ਬਣਿਆ, ਫਿਰ ਕਮਾਈ ਵਾਲਾ ਸਾਧੂ ਹੋਇਆ। ਉਹ ਵੀ ਮਹਾਤਮਾ ਬੁੱਧ ਦੀ ਸੰਗਤ ਕੀਤੀ, ਥੋੜਾ ਸਮਾਂ ਕੋਲ ਬੈਠਿਆ, ਪਰਮੇਸ਼ਰ ਦਾ ਨਾਮ ਜਪਿਆ, ਬੰਦਗੀ ਕੀਤੀ। ਕਹਿੰਦੇ ਉਹਦਾ ਜੀਵਨ ਬਦਲ ਦਿੱਤਾ ਉਹਨਾਂ ਨੇ। ਇਹ ਮਹਾਂਪੁਰਖਾਂ ਕੋਲ ਤਾਕਤ ਹੈ, ਇਹ ਸ਼ਕਤੀ ਹੈ ਨਾਮ ਦੀ। ਹੁਣ ਅੱਜ ਤਾਰਾ ਰਾਣੀ ਸਵੇਰੇ ਸਵੇਰੇ ਉਹਨਾਂ ਨੇ ਦੇਖਿਆ ਵੀ ਰਾਜਾ ਸੁੱਤਾ ਪਿਆ, ਚਲੋ ਚੱਲਦੇ ਆ।
घरों चली, सत्संग विच गई, जाके नमस्कार करके संगतां बैठी है, वो भी बैठ गई तारा रानी। सत्संग चलदा पिया गुरमुखो, क्योंकि अमृत वेले दा आनंद ही होर है। अमृत वेले ही सत्संग हुंदा सी, महापुरख करदे सी। वो हुण जिहड़े अमृत वेला नहीं संभालदे ना, साडा भी हाल इहो जिहा, साडा भी मन बदल जांदा कई वारी। हुण ओहदी सज़ा की है? जिहो जिहा जुर्म करदा बंदा उहो जी सज़ा मिलदी है। हुण दुनियावी तौर ते आपां कोई जुर्म कर लईए, ओहदी सज़ा ओहदे मुताबक ही मिलनी है। किसी दे थप्पड़ मारे 751 हो जाती है, परचा हो जाता है। किसी दे डांग सोटा मारो 26 हो जाती है। किसी दे छुरा मार दी 307 की धारा लगती है, ओहदी सज़ा होर है। ते गुरमुखो सज़ा ओहदी भी वखरी है, जिहड़े उठदे नहीं, अमृत वेला नहीं संभालदे। जिहड़े पुछो ओहदी सज़ा की है? सतगुरु दस रहे हैं, पावन बाणी का फैसला है। पिछल रात न जागियो, जवंदड़े मोयो। पातशाह कहते पिछल रात न जागियो, जवंदड़े मोयो। कहते जिहड़े अमृत वेले नहीं जागदे, पिछले पहर नहीं जागदे, वो जिउंदे ही मरिया बराबर ने। गज के आखो सतनाम श्री वाहिगुरू। ये सज़ा है अमृत वेले ना उठण दी। ये तन दा सुख है, असीं छड्डदे नहीं बिस्तरा। पर गुरमुखो जिहड़ा आनंद है वो वखरा ही है। जदों जपण लग गया, जदों उठ के सत्संग विच बैठण लग गया, ਉਹਦਾ आनंद ही वखरा है। हुण तारा राणी जांदी गई, उत्थे जाके सत्संग करदी है। हर रोज दा ਉਹਨੇ नितनेम वंडा लिया। हुण चुगलखोर भी नाल ही पैदा हो जाते हैं, निंदक भी नाल ही ने, चक देण वाले, किसी का घर पाड़न वाले भी बराबर ही खड़े हो जाते हैं। हुण एक ਉਹਦੇ सेवादार ने, राजे ने देखा भी राणी रोज जाती है अमृत वेले, पता नहीं है कित्थे जाती है, किन्ने टाइम ला के आउंदी है वापस। ਉਹਨੇ राजे दे ਕੰਨ भरे, कहते महाराज, कहते राणी पता नहीं कित्थे जाती है अमृत वेले, सवखते नेरे नेरे जाती है ते वापस आ जाती है। कहते तुहानू पता है? राजा कहता भी मैनू ते पता नहीं है, मैं ते आराम करदा, मैनू दस्सिया भी नहीं राणी ने। ते हुण राजे दे कंन भरे, उन्हें चक लाई, चुगली ला दी। हुण वो चौकन्ना हो गया राजा, क्योंकि जिहड़ा चुगल बंदा है ना गुरमुखो, ओहदी आदत नहीं जाती। चुगलखोर ना चुगली आवाज रहिंदे, कहते गल कहदियां कहदियां कह जांदे। उन्हां दी आदत है, वो तुरिया तुरे ही किसी दे कंन भर देने उन्होंने, ते अगले दा मुसीबत खड़ी कर देनी है। परिवार देखते हैं कलेश, किड्डे किड्डे कलेश परिवारां च पै जांदे हैं किसी दी चुगली सुन के। हुण एक पठान सी गुरमुखो, छोटी जी उदाहरण है। उन्हें एक ना नौकर रखे अपने घरे काम करने वास्ते। वो नौकर है बड़ा वधिया सी, गुण बड़े सी वो च। पठान ने पूछा भी तू कोई निंदिया चुगली तो नहीं करता? क्योंकि नौकरां नूं आदत है सारे परिवार नूं उन्होंने पाड़ी जाना, किसी नूं कुछ कह देना, किसी नूं कुछ कह देना। वो कहण लग्या जी मैं रोज तो नहीं करता, साल च एक बारी करदा, मेरी आदत है बस। वो कहते चल कोई नहीं, साल च एक बारी तो कोई गल नहीं, रोज ना करी। हुण पठान ने नौकर नूं घरे लिआंदा, बड़ा गुण सी, काम बड़ा करिया करे, ते इन्ना प्यार पै गया, कहते साडा ते पुत्तर ही आ तू। पठानी बड़ा ਉਹਦਾ प्यार करे, पठान बड़ा प्यार करे, क्योंकि बच्चे वर्गा सी, काम बड़ा करदा सी। हुण साल दा समा लंघिया, ਉਹਦੇ एक दिन भी आ गया गुरमुखो, चुगली करन दा दिन ਜਿਹੜਾ आया ना। हुण ਉਹਨੇ पठान दे ਕੰਨ भरे, पहला पठानी दे ਕੰਨ भरे। वो कहते तुसी मेरे माता दे समान हो, मैं तुहाडे घर दा नमक खादा, मैं एक गल दसणी है। कहते पठान कोई दूजा विआह कराउण दी तैयारी कर रहा, तुहानू पता? वो कहण लगी मेरे नाल ते बड़ा वधिया ओहदा प्यार है, यही जी तां गल साडे घर च कोई है नहीं। वो कहंदी भी मैनू ते नहीं पता। हुण वो कहण लगे जिहड़ा चुगल बंदा सी ना, वो कहंदा मैं ओहदा इलाज करा देना, मेरे कोल बंदा हैगा, पर एक काम करना पैना तैनूं।
ਹੁਣ ਪਠਾਣੀ ਕਹਿੰਦੀ ਵੀ ਦੱਸ ਵੀ ਕੀ ਕਰਨਾ ਪੈਣਾ। ਕਹਿੰਦਾ ਉਹਦੀ ਦਾੜੀ ਦਾ ਇੱਕ ਵਾਲ ਪੱਟ ਕੇ ਲਿਆ ਕੇ ਆਉਣਾ ਪੈਣਾ, ਕੋਈ ਜਾਦੂ ਮੰਤਰ ਕੋਈ ਕਰਦਾ ਤੇ ਮੈਂ ਉਹ ਕਰਾ ਦੇਣਾ, ਤੇ ਉਹਦਾ ਜਿਹੜਾ ਉਹਨੇ ਪ੍ਰੋਗਰਾਮ ਬਣਾਇਆ ਉਹ ਆਪਣੇ ਆਪ ਹੀ ਉਹਦਾ ਮਨ ਬਦਲ ਜਾਣਾ। ਉਹ ਕਹਿੰਦੀ ਗੱਲ ਹੀ ਕੋਈ ਨਹੀਂ, ਇਹ ਕਿੱਡੀ ਗੱਲ ਹੈ, ਜਦੋਂ ਸੁੱਤਾ ਹੋਇਆ ਤੇ ਮੈਂ ਉਹਦੇ ਇੱਕ ਦਾੜੀ ਦਾ ਵਾਲ ਕੱਢ ਲੈਣਾ, ਤੈਨੂੰ ਲਿਆ ਕੇ ਦੇ ਦੇਣਾ, ਤੂੰ ਕਰਾ ਦੇ, ਜਿੰਨੇ ਪੈਸੇ ਲੱਗਣਗੇ ਮੈਥੋਂ ਲੈ ਲਈ। ਤੇ ਹੁਣ ਉਹ ਪਠਾਨ ਕੋਲ ਗਿਆ, ਪਠਾਨ ਨੂੰ ਜਾ ਕੇ ਉਹਦੇ ਕੰਨ ਭਰੇ, ਕਹਿੰਦੇ ਪਠਾਨ ਜੀ ਮੈਂ ਤੁਹਾਡੇ ਘਰ ਦਾ ਨਮਕ ਖਾਧਾ। ਉਹ ਕਹਿੰਦਾ ਪਠਾਣੀ ਜਿਹੜੀ ਆ ਤੁਹਾਡਾ ਗਲ ਘੁੱਟ ਕੇ ਮਾਰਨ ਨੂੰ ਫਿਰਦੀ ਹੈ। ਇੱਕ ਘਰ ਚ ਪੋੜਾ ਪਾਇਆ ਉਹਨੇ, ਦੇਖੋ ਨੌਕਰ ਦੀ ਕਹਾਣੀ ਹੈ। ਉਹ ਕਹਿੰਦਾ ਉਹ ਤੱਕਦੀ ਹੈ ਵੀ ਕੋਈ ਸੁੱਤਾ ਪਿਆ ਹੋਵੇ ਤੇ ਮੈਂ ਉਹਦਾ ਗਲ ਘੁੱਟ ਕੇ ਉਹਨੂੰ ਮਾਰ ਦੇ। ਉਹ ਕਹਿਣ ਲੱਗਿਆ ਵੀ ਸਾਡੇ ਘਰ 'ਚ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ, ਇਹੋ ਜਿਹੀ ਗੱਲ ਤੇ ਨਹੀਂ ਲੱਗਦੀ। ਉਹ ਕਹਿੰਦਾ ਚਲੋ ਕੋਈ ਨਹੀਂ, ਮੈਂ ਚੁਕੰਨਾ ਰਹਾ। ਉਹ ਕਹਿੰਦਾ ਜੀ ਮੈਂ ਚੁਕੰਨਾ ਕੀਤਾ ਤੁਹਾਨੂੰ, ਤੁਸੀਂ ਧਿਆਨ ਰੱਖਿਓ ਜਦੋਂ ਸੌਣਾ। ਹੁਣ ਉਹ ਜਾਗੋ ਮੀਚੀ 'ਚ ਉਹ ਜਾਣ ਕੇ ਅੱਖਾਂ, ਉਹ ਜਾਗਦਾ ਸੀ ਵੈਸੇ, ਉਹਨੇ ਅੱਖਾਂ ਮੀਟ ਲਈਆਂ ਤੇ ਇਉਂ ਲੱਗਦਾ ਸੀ ਜਿਵੇਂ ਉਹ ਸੁੱਤਾ ਪਿਆ ਹੋਵੇ। ਹੁਣ ਉਧਰ ਪਠਾਣੀ ਨੇ ਵੀ ਦੇਖ ਲਿਆ ਵੀ ਉਹ ਸੁੱਤਾ ਪਿਆ, ਚਲੋ ਕੋਈ ਨਹੀਂ, ਮੈਂ ਇੱਕ ਦਾੜੀ 'ਚੋਂ ਵਾਲ ਕੱਢਣਾ ਉਹਦਾ। ਹੁਣ ਉਹਨਾਂ ਸਮਿਆਂ 'ਚ ਹਥਿਆਰ ਕੋਲ ਰੱਖ ਕੇ ਸੌਂਦੇ ਸੀ ਜਿਹੜੇ ਪਠਾਨ ਸੀ ਨਾ, ਜਿਹੜਾ ਵੀ ਹਥਿਆਰ ਕੋਲ ਹੋਣਾ ਉਹਨਾਂ ਨੇ ਰੱਖ ਕੇ ਆਪਣੇ ਸਿਰਹਾਣੇ ਰੱਖ ਕੇ ਪੈਣਾ। ਉਹ ਪਠਾਨ ਨੇ ਤਲਵਾਰ ਕੋਲ ਰੱਖੀ ਸੀ, ਸ੍ਰੀ ਸਾਹਿਬ ਕੱਢ ਕੇ ਆਪਣੇ ਬੈੱਡ ਦੇ ਨਾਲ ਹੀ ਸਿਰਹਾਣੇ ਤੇ ਬਿਸਤਰ ਦੇ ਥੱਲੇ ਰੱਖੀ ਸੀ। ਅੱਜ ਵੀ ਲੋਕੀ ਰੱਖਦੇ ਆ ਹਥਿਆਰ ਜਿਨ੍ਹਾਂ ਕੋਲ ਹੈ। ਹੁਣ ਉਹ ਜਿਹੜਾ ਪਠਾਨ ਸੀ ਜਾਗੋ ਮੇਚੀ 'ਚ, ਉਹ ਵੀ ਮੈਂ ਸੌਣਾ ਨਹੀਂ, ਕਿਤੇ ਮੇਰਾ ਪਠਾਨ ਦੀ ਗੱਲ ਨਾ ਕੁੱਟ ਦੇ। ਤੇ ਪਠਾਣੀ ਨੇ ਸੋਚਿਆ ਵੀ ਉਹ ਸੁੱਤਾ ਪਿਆ, ਇੱਕ ਦਾੜੀ ਦਾ ਵਾਲ ਹੀ ਕੱਢਣਾ, ਕੋਈ ਗੱਲ ਨਹੀਂ ਮੈਂ ਕੱਢ ਲੈਣੀ ਆ। ਜਦੋਂ ਗੁਰਮੁਖੋਂ ਨੇੜੇ ਆਈ ਨਾ, ਉਹ ਦਾੜੀ ਦਾ ਵਾਲ ਕੱਢਣ ਲੱਗੀ, ਪਠਾਨ ਜਾਗਦਾ ਹੀ ਸੀ, ਚਕੰਨਾ ਸੀ। ਉਹਨੇ ਸੋਚਿਆ ਵੀ ਪਠਾਣੀ ਆ ਗਈ ਹੈ, ਹੁਣ ਇਹ ਹੱਥ ਇੱਧਰ ਨੂੰ ਆਇਆ ਕਰਦੀ ਹੈ, ਹੋ ਸਕਦਾ ਮੇਰਾ ਗਲ ਹੀ ਘੁੱਟਣ ਆਈ ਹੋਵੇ। ਤੇ ਕਹਿੰਦੇ ਉਹਨੇ ਸ੍ਰੀ ਸਾਹਿਬ ਚੁੱਕੀ, ਉਹਦਾ ਸਿਰ ਲਾ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੇਖੋ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਕਿੱਡਾ ਵੱਡਾ ਜੁਰਮ ਹੋਇਆ। ਇਹ ਚੁਗਲਖੋਰ ਜਿਹੜੇ ਨੇ, ਨਿੰਦਕ ਜਿਹੜੇ ਨੇ, ਇਹ ਘਰ ਬਰਬਾਦ ਕਰ ਦਿੰਦੇ ਆ ਗੁਰਮੁਖੋ। ਇਸੇ ਕਰਕੇ ਪਾਤਸ਼ਾਹ ਪਾਵਨ ਬਾਣੀ ਦੇ ਵਿੱਚ ਇਹਨਾਂ ਦੇ ਬਾਬਤ ਫੈਸਲਾ ਦਿੰਦੇ ਆ, ਵੱਡੀ ਹੈ ਹੱਥ ਦਲਾਲ ਕੇ ਮੁਸਬੀ ਇਹ ਕਰੇ। ਕਹਿੰਦੇ ਜਿਹੜੇ ਚੁਗਲਖੋਰ ਨੇ, ਨਿੰਦਕ ਨੇ, ਜਿਹੜੇ ਚੱਕਣ ਵਾਲੇ ਨੇ, ਦੂਜਿਆਂ ਨੂੰ ਪਾੜਨ ਵਾਲੇ ਨੇ, ਜਿਹੜੇ ਝੂਠ ਬੋਲ ਕੇ, ਕਹਿੰਦੇ ਉਹਨਾਂ ਦੇ ਦੋਵੇਂ ਹੱਥ ਵੱਡੇ ਜਾਣਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਦੇ ਦੋਵੇਂ ਹੱਥ ਕਹਿੰਦੇ ਦਰਗਾਹ ਵਿੱਚ ਜਾ ਕੇ ਵੱਡੇ ਜਾਣੇ ਆ। ਵੱਡੇ ਜਾਣਗੇ ਝੂਠਿਆ ਦਲਾਲਾ ਤੇਰੇ, ਦੋਵੇਂ ਹੱਥ ਵੱਡੇ ਜਾਣਗੇ। ਵੱਡੇ ਜਾਣਗੇ ਝੂਠਿਆ ਦਲਾਲਾ ਤੇਰੇ, ਦੋਵੇਂ ਹੱਥ ਵੱਡੇ ਜਾਣਗੇ। ਵੱਡੇ ਜਾਣਗੇ ਹੱਥ ਝੂਠਿਆ ਦਲਾਲਾਂ ਦੇ। 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 ਜਾਣਗੇ ਹੱਥ ਝੂਠਿਆ ਦਲਾਲਾਂ ਦੇ। ਵੱਡੇ ਜਾਣਗੇ ਹੱਥ ਝੂਠਿਆ ਦਲਾਲਾਂ ਦੇ। ਝੂਠਿਆਂ ਦਲਾਲਾਂ ਦੇ ਹੱਥ ਝੂਠਿਆਂ ਦਲਾਲਾਂ ਦੇ। ਝੂਠਿਆਂ ਦਲਾਲਾਂ ਦੇ ਝੂਠਿਆਂ ਦਲਾਲਾਂ ਦੇ। ਝੂਠਿਆ
ਦਲਾਲਾਂ ਦੇ ਝੂਠਿਆਂ 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 ਦਲਾਲਾਂ ਦੇ ਹੱਥ ਵੱਡੇ ਜਾਣਗੇ ਝੂਠਿਆਂ ਦਲਾਲਾਂ ਦੇ ਵੱਡੇ ਜਾਣਗੇ ਝੂਠਿਆਂ ਦਲਾਲਾਂ ਦੇ ਹੱਥ ਵੱਡੇ ਜਾਣਗੇ ਝੂਠਿਆਂ ਦਲਾਲਾਂ ਦੇ 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 ਵੱਡੀਏ ਹੱਥ ਦਲਾਲ ਕੇ ਮੁਸਬੀ ਇਹ ਕਰੇ। ਅੱਛਾ ਕਹਿੰਦੇ ਉਹਨਾਂ ਦੇ ਦਰਗਾਹ ਵਿੱਚ ਦੋਵੇਂ ਹੱਥ ਵੱਢੇ ਜਾਣੇ ਆ, ਜਿਹੜੇ ਝੂਠ ਬੋਲਦੇ ਆ, ਨਿੰਦਿਆ ਕਰਦੇ ਆ, ਚੁਗਲੀ ਕਰਦੇ ਆ, ਜਿਹੜੇ ਕਿਸੇ ਦਾ ਘਰ ਬਰਬਾਦ ਕਰ ਦੇਣਾ ਛੋਟੀ ਜੀ ਗੱਲ ਕਰਕੇ, ਕਿਸੇ ਦੇ ਮਨ 'ਚ ਸ਼ੰਕਾ ਪਾ ਦੇਣੀ। ਇਸੇ ਕਰਕੇ ਸਿਆਣੇ ਕਹਿੰਦੇ ਆ ਵੀ ਕੰਨੀ ਸੁਣੀਏ ਅੱਖੀ ਦੇਖੀਏ ਬਿਨਾ ਕਿਸੇ ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਕਿਸੇ ਦੇ ਕਹੇ ਕਹਾਏ ਕਿਸੇ ਦੇ ਮਗਰ ਲੱਗੇ ਨਹੀਂ ਕੋਈ ਮਨ ਦਾ ਫੈਸਲਾ ਲੈਣਾ। ਭਾਵੇਂ ਤੁਹਾਡੇ ਜਿੰਨਾ ਮਰਜ਼ੀ ਕੋਈ ਨੇੜੇ ਹੋਵੇ, ਪਤਾ ਨਹੀਂ ਉਹਦੇ ਮਨ 'ਚ ਕਦੋਂ ਪਾਪ ਆ ਜਾਣਾ। ਇਸੇ ਕਰਕੇ ਕਹਿੰਦੇ ਕੰਨੀ ਸੁਣ ਕੇ ਅੱਖੀਂ ਦੇਖ ਕੇ ਤੇ ਫੇਰ ਕਿਸੇ ਤੇ ਇਤਬਾਰ ਕਰਨਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਉਹ ਦੋਨਾਂ ਦਾ ਹੀ ਦੇਖ ਲਓ, ਘਰ ਖਤਮ ਕੀਤਾ ਉਹਨੇ, ਨੌਕਰ ਨੇ ਚੁਗਲੀ ਕੀਤੀ, ਦੋਨਾਂ ਨੂੰ ਪਾੜਿਆ ਤੇ ਗੁਰਮੁਖ ਉਹਦਾ ਕੀ ਇਲਜ਼ਾਮ ਹੋਇਆ ਦੇਖੋ। ਇਸੇ ਕਰਕੇ ਹੁਣ ਤਾਰਾ ਰਾਣੀ ਹਰ ਰੋਜ਼ ਜਾਂਦੀ ਹੈ, ਉਧਰ ਰਾਜੇ ਦੇ ਕੰਨ ਭਰ ਦਿੱਤੇ। ਉਹ ਹੁਣ ਅੱਜ ਜਾਗੋ ਮੀਚੀ 'ਚ ਸੁੱਤਿਆ ਹੀ ਨਹੀਂ ਰਾਜਾ ਸਾਰੀ ਰਾਤ। ਹੁਣ ਉਹਦੇ ਮਨ 'ਚ ਸ਼ੱਕ ਪੈ ਗਿਆ ਵੀ ਮੇਰੇ ਘਰ ਵਾਲੀ ਹੈ, ਮੈਨੂੰ ਬਿਨਾਂ ਦੱਸੇ ਜਾ ਰਹੀ ਹੈ, ਕਿੰਨੇ ਦਿਨਾਂ ਤੋਂ ਜਾਂਦੀ ਹੈ, ਪਤਾ ਨਹੀਂ ਕਿੱਥੇ ਜਾਂਦੀ ਹੈ। ਸ਼ੰਕਾ ਮਨ 'ਚ ਪੈਦਾ ਹੋ ਗਈ। ਜਦੋਂ ਰਾਣੀ ਉੱਠ ਕੇ ਸਵਖਤੀ ਅੰਮ੍ਰਿਤ ਵੇਲੇ ਗਈ ਤੇ ਰਾਜਾ ਪਿੱਛੇ ਪਿੱਛੇ ਜਾ ਰਹੇ ਆ, ਪਿੱਛੇ ਪਿੱਛੇ ਜਾ ਰਹੇ ਆ। ਦੇਖਦਾ ਜਾ ਕੇ ਕਿ ਜੰਗਲ 'ਚ ਸਾਧੂਆਂ ਦਾ ਡੇਰਾ ਹੈ। ਉਹ ਰਾਣੀ ਨੇ ਉੱਥੇ ਜਾ ਕੇ ਸਤਸੰਗ ਵਿੱਚ ਬਹਿ ਗਈ। ਸਤਸੰਗ ਸ਼ੁਰੂ ਹੋ ਗਿਆ ਤੇ ਰਾਜਾ ਸੋਚਦਾ ਵੀ ਆਈ ਤੇ ਬੜੇ ਚੰਗੇ ਥਾਂ ਹੈ, ਪਰ ਦੁੱਖ ਇਸ ਗੱਲ ਦਾ ਵੀ ਇਹਨੇ ਮੈਨੂੰ ਦੱਸਿਆ ਕਿਉਂ ਨਹੀਂ, ਚੋਰੀ ਕਿਉਂ ਰੱਖੀ ਹੈ ਮੇਰੇ ਕੋਲ। ਆਈ ਤੇ ਮਹਾਂਪੁਰਖਾਂ ਦੇ ਸਥਾਨ ਤੇ ਸਤਸੰਗ ਵਿੱਚ ਆਈ ਹੈ, ਚਲੋ ਕੋਈ ਗੱਲ ਨਹੀਂ, ਮੈਂ ਨਹੀਂ ਮੰਨਦਾ, ਵੱਖਰੀ ਗੱਲ ਹੈ। ਫਿਰ ਉਹਨੇ ਸੋਚਿਆ, ਸਕੀਮ ਲਾਈ, ਕਿਉਂਕਿ ਰਾਜੇ ਮਹਾਰਾਜਿਆਂ ਦੇ ਦਿਮਾਗ ਬੜੇ। ਉਹਨੇ ਸਕੀਮ ਲਾਈ ਵੀ ਚਲੋ ਇਹਨੂੰ ਕਹਿਣਾ ਕੁਝ ਨਹੀਂ। ਉਹਦੀ ਦੋ ਖੜਾਵਾਂ ਜਿਹੜੀਆਂ ਉਹ ਪਾ ਕੇ ਆਈ ਸੀ, ਇੱਕ ਖੜਾਮ ਚੋਰੀ ਕਰਕੇ ਨਾ ਲੁਕੋ ਕੇ ਉਹ ਰਾਜਾ ਹਰੀਚੰਦ ਨਾਲ ਲੈ ਗਿਆ। ਉਹਨੇ ਜਾ ਕੇ ਮਹਿਲਾਂ 'ਚ ਲੁਕੋਈ। ਹੁਣ ਉਧਰੋਂ ਸਤਸੰਗ ਖਤਮ ਹੋਇਆ। ਜਦੋਂ ਸੰਗਤ ਚਲੀ ਗਈ, ਤਾਰਾ ਰਾਣੀ ਵੀ ਜਾਣ ਲੱਗੀ। ਉਹਨੇ ਦੇਖਿਆ ਮੇਰੀ ਇੱਕ ਖੜਾਮ ਚੋਰੀ ਹੋ ਗਈ। ਹੁਣ ਘਬਰਾ ਗਈ। ਉਹ ਆ ਕੇ ਉਹਨੇ ਮਹਾਤਮਾ ਜਿਹੜੇ ਸਾਧੂ ਸੀ ਉਹਨਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਮੇਰੀ ਇੱਕ ਖੜਾਮ ਚੋਰੀ ਹੋ ਗਈ। ਮੈਂ ਤੇ ਘਰੋਂ ਰਾਜੇ ਨੂੰ ਬਿਨਾਂ ਦੱਸੇ ਸਤਸੰਗ ਵਿੱਚ ਆਈ ਹਾਂ ਤੇ ਖੜਾਮ ਵੀ ਬੜੀ ਮਹਿੰਗੀ ਹੈ, ਉਹਦੇ ਤੇ ਸੋਨਾ ਲੱਗਿਆ ਸੀ, ਹੀਰੇ ਲੱਗੇ ਸੀ, ਕਿਉਂਕਿ ਰਾਣੀ ਦੀ ਖੜਾਮ ਹੈ, ਕੋਈ ਛੋਟੀ ਮੋਟੀ ਗੱਲ ਨਹੀਂ। ਤੇ ਉਹ ਕਹਿਣ ਲੱਗੀ ਵੀ ਜੇ ਮੈਂ ਘਰ ਇਉਂ ਗਈ ਤੇ ਰਾਜੇ ਨੂੰ ਪਤਾ ਲੱਗ ਜਾਣਾ ਤੇ ਮੇਰੇ ਘਰ 'ਚ ਕਲੇਸ਼ ਪੈ ਜਾਣਾ, ਉਹਨੇ ਮੈਨੂੰ ਕੱਢ ਦੇਣਾ ਘਰੋਂ। ਵੀ ਮੇਰੀ ਖੜਾਮ ਨਾ ਮਿਲੀ ਤੇ ਬਹੁਤ ਵੱਡਾ ਸੰਕਟ ਖੜਾ ਹੋ ਜਾਣਾ ਮੇਰੇ ਘਰ 'ਚ। ਹੁਣ ਉਹ ਮਹਾਤਮਾ ਸਿਆਣੇ ਸੀ, ਨਾਮ ਜਪਣ ਵਾਲੇ ਸੀ, ਕਮਾਈ ਵਾਲੇ, ਬੰਦਗੀ ਕਰਨ ਵਾਲੇ। ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ। ਤੇ ਸਾਨੂੰ ਯਕੀਨ ਹੈ ਜਿਹੜਾ ਉਹ ਆਪਣੇ ਭਗਤਾਂ ਦੀ ਕਦੇ ਮੋੜਦਾ ਨਹੀਂ। ਅਕਾਲ ਪੁਰਖ ਤੇ ਪਰਮਾਤਮਾ ਤੇ ਸਾਨੂੰ ਵਿਸ਼ਵਾਸ ਹੈ। ਕਹਿੰਦੇ ਉਹ ਹਮੇਸ਼ਾ ਹੀ ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ ਅਕਾਲ ਪੁਰਖ ਜਿਹੜਾ ਉਹ ਲਾਜ ਰੱਖਦਾ ਹੈ। ਉਹਨੇ ਪਹਿਲਾਂ ਵੀ ਰੱਖੀ ਹੈ, ਹੁਣ ਵੀ ਰੱਖ ਰਿਹਾ। ਕਹਿੰਦੇ ਸ਼ਰਧਾ ਦੀ ਲੋੜ ਹੈ, ਭਾਵਨਾ ਦੀ ਲੋੜ ਹੈ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ।
फिर अरदास बेनती होई, थोड़ा समा लंघिया, गुरमुखो ऐसी अकाल पुरख की कृपा होई, ओदी शरधा न टुटे। अकाल पुरख ने परमात्मा ने भी देखिया भी जे ओ अमृत वेले घरों बिना दसे आई ते आई ते नाम जपण वास्ते ही है ना, सतसंग करन वास्ते ही आई है। ते हुण इत्थे परमेश्वर दे नाम नूं लाज लगनी है। ਇਹੋ ਹੀ ਬੇਨਤੀ ਮਹਾਂਪੁਰਖਾਂ ਨੇ ਕੀਤੀ, ਸੰਗਤਾਂ ਨੇ ਕੀਤੀ ਕਿ ਸੱਚੇ ਪਾਤਸ਼ਾਹ ਜੇ ਖੜਾਵ ਨਾ ਮਿਲੀ ਤੇ ਤੇਰੇ ਨਾਮ ਨੂੰ ਲਾਜ ਲੱਗਣੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਲਾਜ ਰਾਖੀ ਭਗਤ ਪ੍ਰਹਲਾਦ ਕੀ। ਅਰਦਾਸਾਂ ਕਰਦੇ ਆ, ਬੇਨਤੀਆਂ ਕਰਦੇ ਆ। ਜੁਗਾਂ ਜੁਗਾਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੇ ਲਾਜ ਰੱਖੀ ਆਪਣੇ ਭਗਤਾਂ ਦੀ। ਹੁਣ ਗੁਰਮੁਖੋ ਅਰਦਾਸ ਕਰਕੇ ਬਾਹਰ ਆਏ, ਦੇਖਿਆ ਅਕਾਲ ਪੁਰਖ ਦੀ ਐਸੀ ਕਿਰਪਾ, ਉਹਦੇ ਨਾਲ ਦੀ ਖੜਾਮ ਜਿਹੜੀ ਉਹਦੇ ਕੋਲ ਹੀ ਪਈ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਉਹਦੀ ਜੋੜੀ ਬੜੀ ਮਹਿੰਗੀ ਜੋੜੀ ਸੀ। ਉਹਦੇ ਵਕਤ ਭਾਈ ਗੁਰਦਾਸ ਜੀ ਵੀ ਆਪਣੇ ਪਾਵਨ ਬਾਣੀ ਦੇ ਵਿੱਚ ਫੈਸਲਾ ਦਿੰਦੇ ਆ, ਕਹਿੰਦੇ ਸਾਧ ਸੰਗ ਅਰਾਧਿਆ ਜੋੜੀ, ਜੋੜੀ ਖੜਾਮ ਪੁਰਾਣੀ। ਭਾਈ ਗੁਰਦਾਸ ਜੀ ਉਹਦੀ ਬਾਬਤ ਤੇ ਪਾਵਨ ਬਾਣੀ ਵਿੱਚ ਲਿਖਦੇ ਆ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ, ਸਾਧ ਸੰਗ ਅਰਾਧਿਆ ਜੋੜੀ, ਜੋੜੀ ਖੜਾਮ ਪੁਰਾਣੀ। ਕਹਿੰਦੇ ਪੁਰਾਣੀ ਖੜਾਮ ਦੇ ਨਾਲ ਦੀ ਜੋੜੀ ਜਿਹੜੀ ਸੀ ਨਾ, ਉਹ ਆਪਣੇ ਆਪ ਉੱਥੇ ਆ ਗਈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਾਣੀ ਬੜਾ ਖੁਸ਼ ਹੋਈ, ਪਰ ਉਹਦੀ ਸ਼ਰਧਾ ਹੋਰ ਵੱਧ ਗਈ ਅਕਾਲ ਪੁਰਖ ਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਕਿੰਨੇ ਲਾਜ ਰੱਖੀ ਹੈ ਪਰਮੇਸ਼ਰ ਨੇ, ਨਹੀਂ ਤੇ ਮੈਨੂੰ ਘਰੋਂ ਕੱਢ ਦੇਣਾ ਸੀ ਰਾਜੇ ਨੇ। ਇਸੇ ਕਰਕੇ ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ, ਨਾਮ ਜਪਣ ਵਾਲਿਆਂ ਦੀ, ਸੇਵਾ ਕਰਨ ਵਾਲਿਆਂ ਦੀ ਉਹ ਸਦਾ ਹੀ ਲਾਜ ਰੱਖਦਾ ਆਇਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ। ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, 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 ਪੈਜ ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ, ਭਗਤਾਂ ਦੀ ਰੱਖਦਾ ਆਇਆ ਜੀ, ਪੈਜ ਭਗਤਾਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਕਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ।
कहते जुगां जुगां च अपने सेवादारां दी अपने सेवकां दी लाज रखी है परमेश्वर ने, जिवें तारा राणी दी रखी है गुरमुखो। सत संग दे विच इन्नी ताकत है, अरदास दे विच इन्नी ताकत है, नाम दे विच इन्नी ताकत है गुरमुखो। ਉਹਦੇ ਨਾਲ ਦੀ ਖੜਾਮ 1 ਸੈਕਿੰਡ ਦੇ ਵਿੱਚ ਪਤਾ ਨਹੀਂ ਕਿੱਥੋਂ ਆਈ ਤੇ ਰਾਣੀ ਖੁਸ਼ ਹੋ ਗਈ। ਉਹਨੇ ਖੜਾਮ ਪਾਈ, ਚਲੀ ਗਈ ਮਹਿਲਾਂ ਵਿੱਚ ਜਾ ਕੇ ਆਰਾਮ ਕਰਨ ਲੱਗੀ। ਹੁਣ ਉਹ ਰਾਜੇ ਨੇ ਪ੍ਰੋਗਰਾਮ ਬਣਾ ਲਿਆ, ਸਵੇਰੇ ਉੱਠਿਆ ਤੇ ਰਾਣੀ ਨੂੰ ਸੁਨੇਹਾ ਭੇਜਿਆ ਵੀ ਤਿਆਰ ਹੋ, ਆਪਾਂ ਅੱਜ ਫਲਾਣੀ ਥਾਂ ਜਾਣਾ ਹੈ ਤੇ ਤੂੰ ਆਹ ਪੋਸ਼ਾਕ ਪਾਉਣੀ ਹੈ ਤੇ ਨਾਲ ਕਹਿੰਦੇ ਖੜਾਵਾਂ ਆਹ ਪਾਉਣੀ ਹੈ ਜਿਹੜੀਆਂ ਤੈਨੂੰ ਫਲਾਣੇ ਟਾਈਮ ਮੈਂ ਲਿਆ ਕੇ ਦਿੱਤੀਆਂ ਸੀ। ਹੁਣ ਉਹਨੂੰ ਸੀਗਾ ਵੀ ਇਹਨੇ ਫਸ ਜਾਣਾ, ਇਹਨੇ ਖੜਾਮ ਤੇ ਕਮੈਂ ਲੈ ਆਇਆ ਚੱਕ ਕੇ ਵੀ ਇਹਦੇ ਕੋਲ ਖੜਾਮ ਹੀ ਨਹੀਂ ਹੈ, ਜੋੜੀ ਨਹੀਂ ਇਹਦੇ ਕੋਲ। ਤੇ ਰਾਣੀ ਨੇ 7 ਵਚਨ ਕਿਹਾ, ਪੋਸ਼ਾਕ ਪਾ ਕੇ ਤਿਆਰ ਹੋ ਗਈ, ਖੜਾਵਾਂ ਪਾ ਲਈਆਂ। ਜਦੋਂ ਜੋੜੀ ਪਾ ਕੇ ਸਾਹਮਣੇ ਆਈ ਨਾ ਰਾਜੇ ਦੇ, ਤੇ ਹੁਣ ਰਾਜਾ ਹਰੀ ਚੰਦ ਜਿਹੜਾ ਉਹ ਦੇਖ ਕੇ ਹੈਰਾਨ ਹੋ ਗਿਆ। ਗੱਜ ਕੇ ਆਖੋ ਸਤਨਾਮ ਵੀ ਖੜਾਮ ਤੇ ਮੈਂ ਲੈ ਕੇ ਆਇਆ। ਉਹ ਭੱਜ ਕੇ ਅੰਦਰ ਗਿਆ, ਦੇਖਿਆ ਵੀ ਉਹ ਖੜਾਮ ਹੈ। ਜਾ ਕੇ ਦੇਖਿਆ ਉਹ ਖੜਾਮ ਵੀ ਉੱਥੇ ਹੀ ਪਈ ਹੈ ਜਿਹੜੀ ਰਾਜਾ ਹਰੀ ਚੰਦ ਚੱਕ ਕੇ ਲੈ ਕੇ ਆਇਆ ਸੀ। ਤੇ ਆ ਕੇ ਹੁਣ ਪੁੱਛਦਾ ਰਾਣੀ ਨੂੰ, ਪਹਿਲਾਂ ਨਹੀਂ ਦੱਸਿਆ। ਜਦੋਂ ਖੜਾਵਾਂ ਦੋਨੋਂ ਪਾ ਕੇ ਆ ਗਈ, ਰਾਣੀ ਸਾਹਮਣੇ ਦੇਖਿਆ, ਉਹ ਹੈਰਾਨ ਰਹਿ ਗਿਆ ਤੇ ਪੁੱਛਣ ਲੱਗਿਆ, ਤੇਰਾ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ, ਤੇਰਾ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ, ਤੇਰਾ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਰਾਣੀਏ, ਤੇਰਾ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ, ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ, ਤੇਰਾ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਤੇਰਾ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਕਿੱਥੇ ਰਹਿੰਦਾ ਜੋੜੀਆਂ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ, ਤੇਰਾ ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ, ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ, ਕਿੱਥੇ ਰਹਿੰਦਾ ਜੋੜੀਆਂ ਬਣਾਵਣ ਵਾਲਾ, ਦੱਸ ਦੇ ਤੂੰ ਤਾਰਾ ਰਾਣੀਏ। ਹੁਣ ਰਾਜਾ ਪੁੱਛਦਾ, ਤਾਰਾ ਰਾਣੀ ਦੱਸ ਦਿਓ ਮਿਸਤਰੀ ਕਿੱਥੇ ਰਹਿੰਦਾ ਉਹ ਜਿਹਨੇ ਇੰਨੇ ਥੋੜੇ ਸਮੇਂ 'ਚ ਖੜਾਮ ਤਿਆਰ ਕਰ ਦਿੱਤੀ। ਇਹ ਤੇ ਬੜਾ ਔਖਾ ਕੰਮ ਹੈ ਤੇ ਖੜਾਮਾਂ ਬੜੀ ਦੂਰੋਂ ਬਣਵਾਈਆਂ ਸੀ, ਇਹਨੂੰ ਆਮ ਕਾਰੀਗਰ ਤੇ ਬਣਾ ਹੀ ਨਹੀਂ ਸਕਦਾ। ਇਹ ਖੜਾਮ ਤੇ ਮੈਂ ਚੁੱਕ ਕੇ ਲਿਆਇਆ ਸੀ, ਤੂੰ ਦੂਜੀ ਖੜਾਮ ਕਿਹਦੇ ਕੋਲੋਂ ਤਿਆਰ ਕਰਾਈ ਹੈ ਮੈਨੂੰ ਦੱਸ, ਕਿੱਥੇ ਰਹਿੰਦਾ ਉਹ, ਮੈਨੂੰ ਮਿਲਾ ਉਹ ਕਿਹੜਾ ਕਾਰੀਗਰ ਹੈ ਜਿਹਨੇ ਇੰਨੇ ਥੋੜੇ ਸਮੇਂ 'ਚ ਏਡੀ ਵੱਡੀ ਵਧੀਆ ਉਸੇ ਨਾਲ ਦੀ ਖੜਾਮ ਤਿਆਰ ਕਰਕੇ ਦੇ ਦਿੱਤੀ ਤੈਨੂੰ। ਹੁਣ ਉਹ ਰਾਣੀ ਹੈਰਾਨ ਹੈ, ਉਹ ਕਹਿੰਦੀ ਰਾਜਨ ਪਤੀ ਦੇਵ
ਜਿਹੜਾ ਉਹ ਕਾਰੀਗਰ ਹੈ, ਤੂੰ ਪੁੱਛਣਾ ਵੀ ਕਿੱਥੇ ਰਹਿੰਦਾ, ਮੈਂ ਦੱਸਾਂ। ਕਹਿੰਦਾ ਦੱਸ ਕਿੱਥੇ ਰਹਿੰਦਾ, ਮੈਨੂੰ ਮਿਲਾ। ਇੰਨੇ ਥੋੜੇ ਸਮੇਂ 'ਚ ਉਹਨੇ ਖੜਾਮ ਕਿਵੇਂ ਤਿਆਰ ਕੀਤੀ ਹੈ, ਮਟੀਰੀਅਲ ਉਹ ਕਿੱਥੋਂ ਲੈ ਕੇ ਆਇਆ, ਸਮਾਨ ਉਹਦੇ ਨਾਲ ਦਾ ਕਿੱਥੋਂ ਲੈ ਕੇ ਆਇਆ ਉਹ। ਤੇ ਰਾਣੀ ਹੁਣ ਦੱਸਦੀ ਹੈ, ਪਿਆਰੇ ਜੀ ਸੰਗਤਾਂ ਵਿੱਚ ਵਸਦਾ ਏ, ਪਿਆਰੇ ਜੀ ਸੰਗਤਾਂ ਵਿੱਚ ਵਸਦਾ ਏ। ਸੰਗਤਾਂ ਵਿੱਚ ਵਸਦਾ ਓ ਮੇਰੇ ਪਿਆਰੇ, ਸੰਗਤਾਂ ਵਿੱਚ ਵਸਦਾ ਓ ਰਾਜਨਾ, ਸੰਗਤਾਂ ਵਿੱਚ ਵਸਦਾ ਓ ਰਾਜਨਾ, ਸੰਗਤਾਂ ਵਿੱਚ ਵਸਦਾ ਸੰਗਤਾਂ ਵਿੱਚ ਵਸਦਾ ਓ ਮੇਰੇ ਪਿਆਰੇ, ਸੰਗਤਾਂ ਵਿੱਚ ਵਸਦਾ ਓ। ਹੁਣ ਬੇਨਤੀਆਂ ਕਰਦੀ ਹੈ, ਦੱਸਦੀ ਹੈ, ਕਹਿੰਦੇ ਰਾਜਨ ਜਿਹਨੇ ਜੋੜੀ ਤਿਆਰ ਕੀਤੀ ਹੈ ਉਹਦਾ ਠਿਕਾਣਾ ਪੁੱਛਦਾ, ਕਹਿੰਦੀ ਉਹ ਤੇ ਸੰਗਤਾਂ ਦੇ ਵਿੱਚ ਵਸਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ ਦੂਜੀ ਖੜਾਮ ਬਣਾਈ, ਵਸਦਾ ਏ ਸੰਗਤਾਂ 'ਚ। ਜਿਨ ਦੂਜੀ ਖੜਾਮ ਬਣਾਈ, ਵਸਦਾ ਏ ਸੰਗਤਾਂ 'ਚ। ਦੂਜੀ ਖੜਾਮ ਬਣਾਈ, ਖੜਾਮ ਬਣਾਈ, ਖੜਾਮ ਬਣਾਈ, ਵਸਦਾ ਓ ਸੰਗਤਾਂ 'ਚ। ਖੜਾਮ ਬਣਾਈ, ਵਸਦਾ ਓ ਸੰਗਤਾਂ 'ਚ। ਉਹ ਜਿਹਨੇ ਦੂਜੀ ਖੜਾਮ ਬਣਾਈ, ਵਸਦਾ ਓ ਸੰਗਤਾਂ 'ਚ। ਜਿਹਨੇ ਦੂਜੀ ਖੜਾਮ ਬਣਾਈ, ਵਸਦਾ ਓ ਸੰਗਤਾਂ 'ਚ। ਦੂਜੀ ਖੜਾਮ ਬਣਾਈ, ਵਸਦਾ ਓ ਸੰਗਤਾਂ 'ਚ। ਬਣਾਈ, ਵਸਦਾ ਓ ਸੰਗਤਾਂ 'ਚ। ਖੜਾਮ ਬਣਾਈ, ਵਸਦਾ ਓ ਸੰਗਤਾਂ 'ਚ। ਖੜਾਮ ਬਣਾਈ, ਵਸਦਾ ਓ ਸੰਗਤਾਂ 'ਚ। ਕਹਿੰਦੇ ਰਾਜਨ ਉਹ ਤੇ ਸਾਰੀਆਂ ਸੰਗਤਾਂ ਦੇ ਵਿੱਚ ਵਸਦਾ, ਘਾਟਾਂ ਘਾਟਾਂ ਦੇ ਵਿੱਚ ਉਹਦਾ ਵਸ ਹੈ। ਤੂੰ ਕਾਰੀਗਰ ਦਾ ਟਿਕਾਣਾ ਪੁੱਛਦਾ ਤੇ ਅਕਾਲ ਪੁਰਖ ਨੇ ਬਣਾਈ ਹੈ, ਪਰਮਾਤਮਾ ਨੇ ਬਣਾਈ ਹੈ। ਉਹ ਹੈਰਾਨ ਰਹਿ ਗਿਆ। ਕਹਿੰਦਾ ਚਲੋ ਠੀਕ ਹੈ, ਉਹਦਾ ਮਨ ਤੇ ਸੱਟ ਲੱਗੀ। ਕਹਿੰਦਾ ਸਵੇਰ ਤੋਂ ਮੈਂ ਵੀ ਨਾਲ ਜਾਇਆ ਕਰਨਾ, ਸਤਸੰਗ ਵਿੱਚ ਆਪਾਂ ਇਕੱਠੇ ਚੱਲਿਆ ਕਰਾਂਗੇ। ਹੁਣ ਜਿਹੜਾ ਨਾਸਤਕ ਸੀ ਨਾ, ਉਹਦਾ ਮਨ ਬਦਲ ਗਿਆ। ਪ੍ਰਤੱਖ ਦੇਖ ਲਿਆ ਉਹਨੇ ਨਜ਼ਾਰਾ ਅਕਾਲ ਪੁਰਖ ਦਾ, ਪਰਮਾਤਮਾ ਦਾ, ਵੀ ਇੰਨਾ ਕੁਝ ਸਤਸੰਗ ਵਿੱਚੋਂ ਮਿਲਦਾ। ਮੈਂ ਖੜਾਮ ਚੋਰੀ ਕੀਤੀ, ਅਕਾਲ ਪੁਰਖ ਨੇ, ਪਰਮਾਤਮਾ ਨੇ ਉਹਦੇ ਨਾਲ ਦੀ ਖੜਾਮ ਮੇਰੀ ਰਾਣੀ ਦੀ ਪੈਦਾ ਕਰ ਦਿੱਤੀ। ਉਹਦੇ 'ਚ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ ਉਹਦੇ ਵਿੱਚ, ਵੀ ਜੇ ਮੈਂ ਜਾਇਆ ਕਰਾਂ ਮੈਨੂੰ ਹੋਰ ਪਤਾ ਨਹੀਂ ਕੀ ਕੁਝ ਮਿਲਣਾ। ਹੁਣ ਉਹਦਾ ਮਨ ਹੌਲੀ ਹੌਲੀ ਬਦਲ ਗਿਆ। ਹੁਣ ਉਹ ਵੀ ਜਾਣਾ ਸ਼ੁਰੂ ਕਰ ਦਿੱਤਾ, ਉਹਨੇ ਮਹਾਂਪੁਰਖਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਹਦੇ ਨਾਮ ਦੀ ਰੰਗਤ ਚੜ੍ਹ ਗਈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਜਿਹੜਾ ਨਾਸਤਕ ਸੀ ਕਹਿੰਦਾ ਜਾਣਾ ਹੀ ਨਹੀਂ ਸਾਧੂਆਂ ਕੋਲੇ, ਕੀ ਕਰਨ ਜਾਣਾ, ਸਤਸੰਗ ਵਿੱਚ ਕੀ ਕਰਨ ਜਾਣਾ, ਤੇ ਵਿਹਲੇ ਬੰਦਿਆਂ ਦਾ ਕੰਮ ਹੈ। ਤੇ ਅੱਜ ਉਹੋ ਹੀ ਮਹਾਂਪੁਰਖਾਂ ਨੂੰ ਬੇਨਤੀਆਂ ਕਰਦਾ ਜਾ ਕੇ, ਕਹਿੰਦੇ ਬਾਬਾ ਜੀ ਮਹਾਂਪੁਰਖੋ
ਕਹਿੰਦੇ ਕਿਰਪਾ ਕਰੋ ਇਹ ਰੌਣਕਾਂ ਜਿਹੜੀਆਂ ਇੱਥੇ ਲਾਈਆਂ ਕਹਿੰਦੇ ਸਾਡੇ ਮਹਿਲਾਂ ਵਿੱਚ ਵੀ ਲਾ ਦਿਓ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਆ ਰੌਣਕਾਂ ਜੰਗਲਾਂ ਵਿੱਚ ਲਾਈਆਂ ਜਿਹੜੀਆਂ ਸਾਡੇ ਮਹਿਲਾਂ 'ਚ ਲਾਓ। ਹੁਣ ਮਹਾਤਮਾ ਉਹਦੀ ਸ਼ਰਧਾ ਦੇਖੀ, ਰਾਣੀ ਦੀ ਸ਼ਰਧਾ ਦੇਖੀ, ਰਾਜੇ ਦੇ ਮਹਿਲ ਵਿੱਚ ਜਾਣ ਨੂੰ ਤਿਆਰ ਹੋ ਗਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗਏ ਜਾ ਕੇ ਉਹੀ ਸਤਸੰਗ ਉੱਥੇ ਕੀਤਾ। ਸੰਗਤਾਂ ਸਾਰੀਆਂ ਇਕੱਠੀਆਂ ਨਾਮ ਜਪਦੀਆਂ, ਬਾਣੀ ਪੜ੍ਹਦੀਆਂ, ਆਨੰਦ ਬਣ ਗਿਆ। ਗੁਰਮੁਖੋ ਪਤਾ ਨਹੀਂ ਕਿੰਨੀਆਂ ਗੁਪਤ ਰੂਹਾਂ ਆ ਕੇ ਹਾਜ਼ਰੀ ਭਰਦੀਆਂ ਸਤਸੰਗ ਵਿੱਚ। ਸਤਸੰਗ ਦਾ ਐਡਾ ਵੱਡਾ ਮਹਾਤਮ ਹੈ। ਸਵਰਗਾਂ ਤੋਂ ਬਖੁੰਟਾਂ ਤੋਂ ਵੀ ਕਹਿੰਦੇ ਆਉਂਦੀਆਂ ਰੂਹਾਂ ਜਿਹੜੀਆਂ ਉਹ ਸਤਸੰਗ ਕਰਨ ਵਾਸਤੇ ਆਉਂਦੀਆਂ, ਕਿਉਂਕਿ ਸਤਸੰਗ ਜਿਹੜਾ ਇਹ ਮਾਤ ਲੋਕ ਵਿੱਚ ਹੀ ਲੱਭਦਾ। ਨਾਮ ਜਪਣ ਵਾਸਤੇ ਪਤਾ ਹੀ ਨਹੀਂ ਕਿੰਨੀਆਂ ਗੁਪਤ ਰੂਹਾਂ ਜਿਹੜੀਆਂ ਉਹ ਪਹਿਰਾ ਦਿੰਦੀਆਂ, ਨਾਮ ਜਪਦੀਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਪੜ੍ਹਦੇ ਆ ਨਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਹੁਣ ਉਹ ਦੀਦੀਆਂ ਕਿਸੇ ਨੂੰ ਪਰੀਆਂ ਜਿਹੜੀਆਂ ਕਿੱਥੋਂ ਆਉਂਦੀਆਂ, ਕਿਵੇਂ ਆਉਂਦੀਆਂ, ਕਿੱਥੇ ਬਹਿੰਦੀਆਂ, ਦੀਦੀਆਂ। ਗੁਰਮੁਖੋ ਸਾਡੀ ਉਹ ਅਵਸਥਾ ਨਹੀਂ ਹੈ ਦੇਖਣ ਵਾਲੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡੀ ਅਵਸਥਾ ਨਹੀਂ ਹੈ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ ਉਹਨਾਂ ਦੇ ਦੀਵਾਨਾਂ ਵਿੱਚ, ਉਹਨਾਂ ਦੀ ਸੰਗਤ ਵਿੱਚ ਪਤਾ ਹੀ ਨਹੀਂ ਕਿੰਨੀਆਂ ਇਹੋ ਜਿਹੇ ਦੇਵੀ ਦੇਵਤੇ ਪਰੀਆਂ ਆ ਕੇ ਹਾਜ਼ਰੀ ਭਰਦੀਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਉਹ ਜਾਣਦੇ ਆ, ਉਹ ਦੱਸਦੇ ਆ ਮਹਾਂਪੁਰਖ ਵੀ ਪਤਾ ਨਹੀਂ ਕਿੰਨੀਆਂ ਜਿਹੜੀਆਂ ਗੁਪਤ ਰੂਹਾਂ ਆ ਕੇ ਪਹਿਰੇ ਲੱਗਦੇ ਆ, ਹਾਜ਼ਰੀ ਭਰਦੀਆਂ। ਉਹ ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੇ। ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੇ। ਸੱਚਖੰਡ ਤੋਂ ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੋਂ। ਉਹ ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੇ। ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੇ। ਨਾਮ ਜਪਣ ਨੂੰ ਆਈਆਂ, ਨਾਮ ਜਪਣ ਨੂੰ ਆਈਆਂ, ਨਾਮ ਜਪਣ ਨੂੰ ਆਈਆਂ, ਨਾਮ ਜਪਣ ਨੂੰ ਆਈਆਂ। ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੇ। ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੇ। ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੋਂ। ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੋਂ। ਨਾਮ ਜਪਣ ਨੂੰ ਆਈਆਂ ਰੂਹਾਂ ਸੱਚਖੰਡ ਤੋਂ। ਇਹ ਐਵੇਂ ਨਹੀਂ, ਇਸ ਦੇਹੀ ਕੋ ਸਿਮਰਹਿ ਦੇਵ। ਕਹਿੰਦੇ ਜਿਹੜੇ ਸਵਰਗਾਂ ਦੇ ਦੇਵਤੇ ਆ ਉਹ ਮਨੁੱਖਾ ਦੇਹੀ ਨੂੰ, ਮਨੁੱਖਾ ਜਾਮੇ ਨੂੰ ਉਹ ਵੀ ਲੋਚਦੇ ਆ, ਉਹ ਵੀ ਤਰਸਦੇ ਆ ਵੀ ਅਸੀਂ ਵੀ ਮਾਤ ਲੋਕ ਵਿੱਚ ਜਾਈਏ, ਮਨੁੱਖਾ ਦੇਹੀ ਮਿਲੇ, ਅਸੀਂ ਸਤਸੰਗ ਕਰੀਏ, ਬਾਣੀ ਪੜ੍ਹੀਏ, ਨਾਮ ਜਪੀਏ, ਅਸੀਂ ਸਿਮਰਨ ਕਰੀਏ। ਇਹ ਵਸਤੂ ਉੱਥੇ ਨਹੀਂ ਆਨੰਦ ਮਿਲਦਾ। ਇਸੇ ਕਰਕੇ ਭਗਤ ਕਬੀਰ ਜੀ ਨੇ ਉਹਦਾ ਵਚਨ ਕੀਤਾ ਸੀ, ਰਾਮ ਬੁਲਾਵਾ ਭੇਜਿਆ ਭਏ ਕਬੀਰਾ ਰੋਏ। ਜੋ ਸੁਖ ਸਾਧੂ ਸੰਗ ਮੈਂ ਸੋ ਵੈਕੁੰਠ ਨਾ ਹੋਏ। ਕਹਿੰਦੇ ਵੈਕੁੰਠਾਂ 'ਚੋਂ ਆਨੰਦ ਥੋੜਾ ਹੀ ਆ, ਜਿਹੜਾ ਸਤਸੰਗ ਦਾ ਮਹਾਂਪੁਰਖਾਂ ਦੀ ਸੰਗਤ ਦਾ ਆਨੰਦ ਹੈ ਜਿਹੜਾ ਆਪਾਂ ਲੈ ਰਹੇ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦਾ ਆਨੰਦ ਹੀ ਹੋਰ ਹੈ। ਮਾਤ ਲੋਕ ਦਾ ਸਭ ਤੋਂ ਵੱਡਾ ਆਨੰਦ ਇਹੀ ਹੈ ਗੁਰਮੁਖੋ। ਬਸ ਇਹ ਕਰਮਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋਇਆ ਕਰਦਾ। ਇਸ ਕਰਕੇ ਜਿੰਨਾ ਕੋ ਸਮਾਂ ਮਿਲੇ ਜ਼ਰੂਰ ਸਤਸੰਗ ਵਿੱਚ ਹਾਜ਼ਰੀ ਭਰਿਆ ਕਰੋ, ਕੋਸ਼ਿਸ਼ ਕਰਿਆ ਕਰੋ ਮਨ ਦਾ ਟਿਕਾਅ ਬਣੇ।
ਤਨ ਕਰਕੇ ਤੇ ਹਾਜ਼ਰੀ ਭਰ ਲਈਦੀ ਹੈ, ਪਰ ਮਨ ਜਿਹੜਾ ਭਟਕਦਾ ਰਹਿੰਦਾ ਹੈ। ਪਰ ਜਦੋਂ ਵੀ ਜੁੜਨਾ ਹੈ, ਜਦੋਂ ਵੀ ਹਾਜ਼ਰੀ ਭਰਨੀ ਹੈ, ਮਨ ਦਾ ਟਿਕਾਅ ਦੇ ਨਾਲ ਹਾਜ਼ਰੀ ਭਰਨੀ ਹੈ, ਫਿਰ ਉਹਦਾ ਸਭ ਤੋਂ ਵੱਡਾ ਲਾਭ ਮਿਲਦਾ। ਉਹਦਾ ਲਾਭ ਜ਼ਿਆਦਾ, ਕਈ ਗੁਣਾ ਜ਼ਿਆਦਾ ਮਿਲਣਾ ਹੈ। ਜਦੋਂ ਮਨ ਜੁੜ ਗਿਆ ਨਾ ਹੌਲੀ ਹੌਲੀ, ਤੇ ਆਪਣੇ ਆਪ ਹੀ ਸਤਿਗੁਰਾਂ ਦੀ ਕਿਰਪਾ ਹੋ ਜਾਣੀ ਹੈ। ਫਿਰ ਉਹ ਜਿਹੜਾ ਜੁੜ ਗਿਆ ਟੁੱਟਦਾ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋੜਨਾ ਹੀ ਔਖਾ ਹੈ ਗੁਰਮੁਖੋ, ਜੁੜਦਾ ਬੜਾ ਮੁਸ਼ਕਲ ਹੈ। ਮਨ ਦੀ ਇਕਾਗਰਤਾ ਬੜੀ, ਸਾਡੇ ਫੁਰਨੇ ਨੇ ਜਿਹੜੇ ਉਹ ਬੜੇ ਟਿਕਾਅ ਵਿੱਚ ਨਹੀਂ ਆਉਂਦੇ। ਮਨ ਦੌੜਦਾ ਫਿਰਦਾ 24 ਘੰਟੇ, ਰਾਤ ਨੂੰ ਵੀ ਦੌੜਦਾ, ਦਿਨੇ ਵੀ ਦੌੜਦਾ। ਇਸ ਕਰਕੇ ਇਹ ਮਹਾਂਪੁਰਖਾਂ ਦਾ ਬਹੁਤ ਵੱਡਾ ਉਦਮ ਉਪਰਾਲਾ। ਹੁਣ ਉਹ ਸਤ ਸੰਗ ਹੋਇਆ ਘਰੇ, ਰਾਜਨ ਬੜਾ ਖੁਸ਼ ਹੋਇਆ। ਜਿਹੜਾ ਸਾਧੂਆਂ ਦੀ ਨਿੰਦਿਆ ਕਰਦਾ ਸੀ, ਮਾੜਾ ਕਹਿੰਦਾ ਸੀ, ਅੱਜ ਉਹਨਾਂ ਦੇ ਚਰਨਾਂ 'ਚ ਮੱਥੇ ਟੇਕਦਾ, ਨਮਸਕਾਰਾਂ ਕਰਦਾ, ਅੱਜ ਉਹਨਾਂ ਤੋਂ ਅਸੀਸਾਂ ਲੈ ਰਿਹਾ। ਉਹਦੀ ਇੰਨੀ ਸ਼ਰਧਾ ਬਣ ਗਈ, ਉਹ ਰਾਣੀ ਨੇ ਆਪ ਜੁੜੀ ਸੀ ਤੇ ਉਹ ਰਾਜੇ ਨੂੰ ਵੀ ਜੋੜ ਦਿੱਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਤ ਸੰਗ ਦਾ ਫਲ ਹੈ। ਹੁਣ ਰਾਜਾ ਉਹਨੂੰ ਕਸੰਗਤ ਵੱਲ ਨਹੀਂ ਲਿਜਾ ਸਕਿਆ, ਦੇਖੋ, ਪਰ ਰਾਣੀ ਦੀ ਸਤ ਸੰਗਤ ਦੀ ਤਾਕਤ ਇੰਨੀ ਕਿ ਰਾਜੇ ਦਾ ਵੀ ਮਨ ਬਦਲ ਗਿਆ। ਉਹ ਵੀ ਹੌਲੀ ਹੌਲੀ ਆਪਣੇ ਆਪ ਹੀ ਲੱਗ ਗਿਆ ਨਾਲ ਮਹਾਂਪੁਰਖਾਂ ਦੀ ਸੰਗਤ ਕਰਨ, ਨਾਮ ਜਪਣ ਲੱਗ ਗਿਆ, ਸੇਵਾ ਕਰਨ ਲੱਗ ਗਿਆ। ਬਸ ਆਨੰਦ ਹੀ ਆਨੰਦ ਬਣ ਗਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇਹੋ, ਨਾਮ ਸੰਤੋਖੀ ਉਤਰੈ ਮਨ ਕੀ ਭੁੱਖ। ਬਸ ਇਹ ਤੋਂ ਬਿਨਾਂ ਤੇ ਵੱਡੀ ਵਸਤੂ ਹੈ ਹੀ ਕੋਈ ਨਹੀਂ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਕਹਿੰਦੇ ਪਰਮੇਸ਼ਰ ਦਾ ਨਾਮ ਇੰਨਾ ਅਮੋਲਕ ਹੈ, ਉਹਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ। ਪਰ ਮਿਲਦਾ ਕਿਹਨੂੰ ਹੈ? ਜਿਨ੍ਹਾਂ ਭਾਗ ਮਿਥਾਹੇ, ਜਿਨ੍ਹਾਂ ਦੇ ਭਾਗ ਚੰਗੇ ਨੇ, ਸਹੀ ਹਰ ਰੰਗ ਮਾਣ ਦੋ। ਕਹਿੰਦੇ ਉਹ ਇਹਦਾ ਆਨੰਦ ਮਾਣਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਇੰਨਾ ਕੀਮਤੀ ਹੈ ਪਰਮੇਸ਼ਰ ਦਾ ਨਾਮ। ਇਸੇ ਕਰਕੇ ਮਹਾਂਪੁਰਖਾਂ ਦੀ ਸੰਗਤ ਦਾ ਬਹੁਤ ਵੱਡਾ ਮਹੱਤਵ ਹੈ, ਫਲ ਬਹੁਤ ਵੱਡਾ। ਗੁਰਮੁਖੋ ਕੋਸ਼ਿਸ਼ ਕਰਿਆ ਕਰੋ ਜਿੰਨਾ ਵੱਧ ਤੋਂ ਵੱਧ ਸਮਾਂ ਅਸੀਂ ਸਤਸੰਗ ਵਿੱਚ ਜੁੜ ਸਕੀਏ। ਆਪ ਜੁੜੋ, ਹੋਰਨਾਂ ਨੂੰ ਪ੍ਰੇਰ ਕੇ ਲਿਆਓ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਜੇ ਕਿਸੇ ਨੂੰ ਪ੍ਰੇਰਣਾ ਦੇ ਕੇ ਸਤਸੰਗ ਵਿੱਚ ਲੈ ਕੇ ਆਵਾਂਗੇ, ਗੁਰਬਾਣੀ ਨਾਲ ਜੋੜਾਂਗੇ, ਗੁਰੂ ਘਰ ਨਾਲ, ਸੇਵਾ ਸਿਮਰਨ ਨਾਲ ਜੋੜਾਂਗੇ, ਗੁਰਮੁਖੋ, ਉਹਦਾ ਵੀ ਭਲਾ ਤੇ ਕਹਿੰਦੇ ਜੋੜਨ ਵਾਲੇ ਦਾ ਵੀ ਭਲਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦਾ ਫਲ ਕਹਿੰਦੇ ਜਿਹੜਾ ਜੋੜਦਾ ਉਹਨੂੰ ਵੀ ਮਿਲਦਾ ਹੈ। ਕਿਸੇ ਟੁੱਟੇ ਨੂੰ ਜੋੜ ਦੇਣਾ ਪ੍ਰੇਰਣਾ ਦੇ ਕੇ। ਸੋ ਇਸ ਕਰਕੇ ਆਪ ਜੁੜੋ ਤੇ ਹੋਰਾਂ ਨੂੰ ਪ੍ਰੇਰ ਕੇ ਲਿਆ ਕੇ ਜੋੜਿਆ ਕਰੋ ਭਾਈ। ਇਹਦਾ ਫਲ ਸਭ ਨੂੰ ਵੀ ਪ੍ਰਾਪਤ ਹੋਣਾ, ਕਿਉਂਕਿ ਮਨੁੱਖਾ ਦੇਹੀ ਹੈ ਜਿਹਨੂੰ ਦੇਵਤੇ ਦੇਵੀਆਂ ਉਹ ਵੀ ਲੋਚਦੇ ਆ। ਸਾਨੂੰ ਮਿਲੀ ਆ, ਅਸੀਂ ਬੇਪਰਵਾਹ ਹੋਏ ਫਿਰਦੇ ਆ। ਅਸੀਂ ਇਹਦੀ ਕਦਰ ਨਹੀਂ ਕਰਦੇ। ਐਵੇਂ ਸਮਾਂ ਬਸ ਰਾਤ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਰਾਤ ਸਾਰੀ ਸੌਂ ਕੇ ਗੁਜ਼ਾਰ ਲਈ, ਦਿਨ ਵਿੱਚ ਘੁੰਮ ਫਿਰ ਕੇ ਖਾ ਪੀ ਕੇ ਗੁਜ਼ਾਰ ਲਿਆ। ਇਹ ਹੀਰਿਆਂ ਦੇ ਸਮਾਨ ਤੇਰਾ ਜ਼ਿੰਦਗੀ ਅਸਵਾਸ ਨੇ, ਤੂੰ ਇਹ ਬੇਅਰਥ ਗਵਾਰੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਫਿਰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ, ਕਰੇ ਦਿਨ ਰਾਤ। ਕਹਿੰਦੇ ਇਹ ਸਰੀਰ ਹੀ ਬੰਦਿਆਂ ਵੱਲ ਗਿਆ, ਤੇਰੇ ਕਰਤੂਤ ਜਿਹੜੇ ਕਰਮ ਨੇ ਉਹ ਤੇ ਪਸ਼ੂਆਂ ਵਰਗੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਨਾਮ ਨਹੀਂ ਜਪਦਾ, ਸਤ ਸੰਗ ਨਹੀਂ ਕਰਦਾ, ਬਾਣੀ ਨਹੀਂ ਪੜਦਾ, ਅੰਮ੍ਰਿਤ ਵੇਲਾ ਨਹੀਂ ਸੰਭਾਲਦਾ, ਕਹਿੰਦੇ ਤੂੰ ਤੇ ਪਸ਼ੂਆਂ ਨਾਲ ਵੀ ਟੱਪਿਆ ਪਿਆ। ਸੋ ਇਸ ਕਰਕੇ ਆਓ ਪਾਵਨ ਬਾਣੀ ਦਾ ਲਾਹਾ ਲਿਆ ਕਰੋ ਜਿੰਨਾ ਵੀ ਹੋ ਸਕੇ। ਇਹ ਦੁਰਗਾਹੀ ਬਾਣੀ, ਇਲਾਹੀ ਬਾਣੀ ਹੈ। ਬਾਹੋ ਬਾਹੋ ਬਾਣੀ ਨਿਰੰਕਾਰ, ਤਿਸ ਜੀਵੜ ਅਵਰ ਨਾ ਕੋਈ। ਇਹ ਤੋਂ ਵੱਡਾ ਕੋਈ ਵੀ ਗੁਰੂ ਨਹੀਂ ਹੈ। ਸਭ ਤੋਂ ਵੱਡਾ ਧੰਨ ਗੁਰੂ ਨਾਨਕ ਦਾ ਦਰ ਹੈ। ਗੁਰਮੁਖੋ ਜੋ ਮੰਗਣਾ ਇਸ ਦਰ ਤੋਂ ਮੰਗਣਾ ਹੈ, ਕਿਸੇ ਹੋਰ ਦਰ ਤੇ ਜਾ ਕੇ ਭਟਕਣ ਦੀ ਲੋੜ ਨਹੀਂ। ਇਸ ਦਰ ਤੋਂ ਹੀ ਮਿਲਣਾ ਜੋ ਮਿਲਣਾ ਹੈ, ਪਰ ਭਾਵਨਾ ਦੀ ਲੋੜ ਹੈ। ਸ਼ਰਧਾ ਬਣਾ ਲਿਓ, ਸਮਾਂ ਲੱਗ ਜਾਂਦਾ, ਦੇਰ ਹੈ ਅੰਧੇਰ ਨਹੀਂ। ਇਸ ਦਰ ਤੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਸ ਲੈ ਕੇ ਮੁਨਕਰ ਨਹੀਂ ਹੋਣਾ, ਬੇਮੁਖ ਨਹੀਂ ਹੋਣਾ। ਦਾਤਾਂ ਮਿਲ ਜਾਣਗੀਆਂ, ਕੋਈ ਘਾਟ ਨਹੀਂ ਇਸ ਦਰ ਤੇ। ਪਰ ਸਾਡਾ ਸੁਭਾਅ ਹੈ ਗੁਰਮੁਖੋ, ਜਦੋਂ ਸਾਡੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸਾਡਾ ਮਨ ਬਦਲ ਜਾਂਦਾ। ਫਿਰ ਅਸੀਂ ਮੁਨਕਰ ਹੋ ਜਾਂਦੇ ਹਾਂ, ਸਾਡਾ ਮਨ ਹਰਾਮੀ ਹੋ ਜਾਂਦਾ ਹੈ। ਇਸ ਕਰਕੇ ਇਸ ਦਰ ਦੇ ਸਦਾ ਮੰਗਤੇ ਬਣ ਕੇ ਅਸੀਂ ਰਹਿਣਾ, ਇਸ ਦਰ ਦੇ ਸਦਾ ਕੂਕਰ ਬਣ ਕੇ ਰਹਿਣਾ।
क्योंकि जो मिलना इस दर तो ही मिलना। गुरमुखो इस दर तो बिना सानू किते ढोई नहीं मिलनी। गज के आखो सतनाम श्री वाहिगुरु। बस इहो अरदास करिया करो सच्चे पातशाह, सगल द्वार को छाड़ के गयो तुहारो द्वार, बाहें गहे की लाज आस गोविंद दास तुहार। सच्चे पातशाह सारे दर छड़ के तेरे दर ते आए हैं। धन गुरु नानक पातशाह ते साडी लाज भी हुण तू ही रखनी है। गज के आखो सतनाम श्री वाहिगुरु। सब दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। दर छड़ के जी तेरा दर मल्लिया, तेरा दर मल्लिया। दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। ओ सब दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर। सब दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। तेरा दर मल्लिया, तेरा दर मल्लिया। तेरा दर मल्लिया, तेरा दर मल्लिया। तेरा दर मल्लिया, दर मल्लिया, तेरा दर मल्लिया। मल्लिया तेरा दर मल्लिया, मल्लिया तेरा दर मल्लिया। सब दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। सब दर छड़ के जी तेरा दर। सब दर छड़ के जी तेरा दर मल्लिया, तेरा दर मल्लिया। सब दर छड़ के जी तेरा दर मल्लिया, तेरा दर मल्लिया। अगल द्वार को छाड़ के गयो तुहारो द्वार, बाहें गए की लाज आस गोविंद दास तुहार। बस इस दर ते आके ਉਹੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ। ਸਾਰੇ ਦਰ ਛੱਡ ਕੇ ਤੇਰਾ ਦਰ ਫੜੇ ਹੈ। ਤੂੰ ਲਾਜ ਰੱਖਣੀ ਹੈ, ਤੂੰ ਪੈਜ ਰੱਖਣੀ ਹੈ। ਚੰਗੇ ਆ ਮਾੜੇ ਆ ਔਗਣਾ ਦੇ ਨਾਲ ਭਰੇ ਆ, ਪਰ ਤੇਰੇ ਆ ਤੂੰ ਆਪਣੇ ਬਣਾ ਕੇ ਰੱਖੀ। ਗੱਜ ਕੇ ਆਖੋ ਸਤਨਾਮ श्री वाहिगुरु। ਤੇ ਆਪ ਲਾਜ ਰੱਖਣੀ ਆ ਅਕਾਲ ਪੁਰਖ ਪ੍ਰਮਾਤਮਾ ਨੇ। ਫਿਰ ਤਾਰਾ ਰਾਣੀ ਦੀ ਰੱਖੀ ਹੈ ਨਾ, ਉਵੇਂ ਤਰ੍ਹਾਂ ਸਾਡੀ ਵੀ ਰੱਖਣੀ ਹੈ ਪ੍ਰਮਾਤਮਾ ਨੇ, ਪਰ ਸਾਡੀ ਉਨੀ ਸ਼ਰਧਾ ਹੋਣੀ ਚਾਹੀਦੀ ਹੈ, ਭਾਵਨਾ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਤੇ। ਬਿਨਾਂ ਸ਼ਰਧਾ ਤੋਂ ਗੁਰਮੁਖ ਗੱਲ ਨਹੀਂ ਬਣਨੀ। ਜਿੱਡੀ ਵੱਡੀ ਸ਼ਰਧਾ ਲੈ ਕੇ ਅਸੀਂ ਦਰ ਤੇ ਆਵਾਂਗੇ, ਉਨੀਆਂ ਵੱਡੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਲੈ ਜਾਵਾਂਗੇ। ਗੱਜ ਕੇ ਆਖੋ ਸਤਨਾਮ श्री वाहिगुरु। ਫਲ ਤੇ ਭਾਵਨਾ ਨੂੰ ਲੱਗਣਾ, ਸ਼ਰਧਾ ਨੂੰ ਲੱਗਣਾ ਹੈ। ਜੇ ਭਾਵਨਾ ਹੀ ਨਹੀਂ ਹੈ ਤੇ ਫਲ ਕਿੱਥੋਂ ਮਿਲਣਾ, ਸੁੱਖ ਕਿੱਥੋਂ ਮਿਲਣਗੇ। ਤੇ ਭਾਵਨਾ ਬਣਾ ਲਈਏ, ਸ਼ਰਧਾ ਬਣਾ ਲਈਏ, ਸਤਸੰਗ ਵਿੱਚ ਜੁੜਨ ਦਾ ਤਾਂ ਫਾਇਦਾ, ਮਹਾਂਪੁਰਖਾਂ ਦੀ ਸੰਗਤ ਕਰਨ ਦਾ। ਸੋ ਆਓ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਕੰਬਲੀ ਵਾਲੇ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਆ। ਬੜਾ ਤਪ ਵਾਲਾ ਅਸਥਾਨ ਹੈ, ਬੜੀ ਬੰਦਗੀ ਵਾਲਾ, ਕਮਾਈ ਵਾਲਾ ਅਸਥਾਨ ਹੈ ਗੁਰਮੁਖੋ। ਇਹੋ ਜਿਹੇ ਅਸਥਾਨ ਤੇ ਬੈਠ ਕੇ ਸਤਸੰਗ ਵਿੱਚ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਜਾਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਪੁਰਸ਼ਾਂ ਦੀ ਅਸਥਾਨ ਦੇ ਉੱਤੇ ਕਿੰਨੀ ਭਜਨ ਬੰਦਗੀ, ਕਿੱਡੇ ਕਿੱਡੇ ਮਹਾਂਪੁਰਖਾਂ ਦੇ ਇਸ ਸਥਾਨ ਦੇ ਚਰਨ ਪਏ ਆ। ਕਿੰਨੇ ਪਤਾ ਹੀ ਨਹੀਂ, ਲੱਖਾਂ ਦੀ ਗਿਣਤੀ ਵਿੱਚ ਅਖੰਡ ਜਾਪ ਹੋ ਚੁੱਕੇ ਆ ਇਸ ਪਾਵਨ ਸਥਾਨ ਤੇ ਕਿੰਨਾ ਕਰਮਾਂ ਵਾਲੀ ਇਹ ਥਾਂ ਹੈ, ਕਿੰਨੇ ਕਰਮਾਂ ਵਾਲੀ ਇਹ ਧਰਤੀ ਹੋਣੀ। ਜਿੱਥੇ ਜਾਏ ਵਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹਦਾ ਵਾਤਾਵਰਨ ਹੀ ਕੁਝ ਹੋਰ ਬਣ ਜਾਂਦਾ ਗੁਰਮੁਖੋ। ਜਿੱਥੇ ਜਿੰਨਾ ਭਜਨ ਬੰਦਗੀ ਚੱਲਣੀ ਹੈ, ਜਿੰਨਾ ਪਾਠ ਭਜਨ ਹੋਣਾ, ਤੇ ਉਹਦਾ ਵਾਤਾਵਰਨ ਦੀ ਉਹਦੀ ਸ਼ੁੱਧਤਾ ਹੀ ਕੁਝ ਹੋਰ ਬਣ ਜਾਂਦੀ ਹੈ, ਉਹਦਾ ਮਾਹੌਲ ਹੀ ਕੁਝ ਹੋਰ ਹੋ ਜਾਂਦਾ ਹੈ। ਫਿਰ ਉਹਦਾ ਅਸਰ ਸਾਡੇ ਤੇ ਪੈਂਦਾ ਹੈ।
ਜੇ ਇਹੋ ਜਿਹੇ ਮਾਹੌਲ ਵਿੱਚ ਤੁਸੀਂ ਜਾਓਗੇ ਉਹਦਾ ਅਸਰ ਆਟੋਮੈਟਿਕ ਹੀ ਤੁਹਾਡੇ ਤੇ ਪੈਣਾ ਹੀ ਪੈਣਾ। ਜੇ ਕੋਈ ਸੰਗਤ ਵਿੱਚ ਜਾਓਗੇ ਫਿਰ ਮਨ ਉਧਰ ਨੂੰ ਥੋੜਾ ਜਿਹਾ ਹੋ ਜਾਂਦਾ। ਇਸੇ ਤਰ੍ਹਾਂ ਹੁਣ ਸਤਸੰਗ ਵਿੱਚ ਬੈਠੇ ਆ, ਸਾਡੇ ਤੇ ਇਹ ਤਰੰਗਾਂ ਪੈ ਰਹੀਆਂ ਨੇ ਨਾਮ ਦੀਆਂ, ਬਾਣੀ ਦੀਆਂ ਤਰੰਗਾਂ ਪੈ ਰਹੀਆਂ ਸਾਡੇ ਤੇ ਸਾਡਾ ਮਨ ਜਿਹੜਾ ਹੌਲੀ ਹੌਲੀ ਜੁੜ ਜਾਣਾ ਹੈਗਾ। ਜੇ ਕਿ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਓ ਇਸੇ ਕਰਕੇ ਮਹਾਂਪੁਰਖਾਂ ਦਾ ਉਦਮ ਉਪਰਾਲਾ ਸੰਤ ਬਾਬਾ ਨਛੱਤਰ ਸਿੰਘ ਜੀ ਕੰਬਲੀ ਵਾਲੇ ਮਹਾਂਪੁਰਖ, ਇਹ ਸਾਡੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਹੈ। ਹਰ ਰੋਜ਼ ਸੁਖਮਨੀ ਸਾਹਿਬ ਦੇ ਜਾਪ ਹੋ ਰਹੇ, ਅੰਮ੍ਰਿਤ ਵੇਲੇ ਵੀ ਸ਼ਾਮ ਨੂੰ ਵੀ ਸੰਗਤਾਂ ਹਾਜ਼ਰੀ ਭਰਦੀ ਹੈ। ਫਿਰ ਇਹ ਹਫ਼ਤਾਵਾਰੀ ਦੀਵਾਨ ਜਿਹੜਾ ਹੈ ਇਹ ਵੀ ਸੰਗਤਾਂ ਦੇ ਭਲੇ ਲਈ ਹੈ। ਅੱਜ ਆਓ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੇ ਆ ਸੰਗਤਾਂ। ਇਸੇ ਤਰ੍ਹਾਂ ਕਿਰਪਾ ਸਤਿਗੁਰੂ ਬਣਾਈ ਰੱਖਣ, ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ, ਕਿਉਂਕਿ ਜੋ ਮਿਲਣਾ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਮਿਲਣਾ। ਗੁਰਮੁਖੋ ਬਸ ਇੰਨਾ ਕੁ ਧਿਆਨ ਰੱਖ ਲਿਓ, ਇੰਨੀ ਕੁ ਸ਼ਰਧਾ ਬਣਾ ਲਿਓ, ਇੰਨਾ ਕੁ ਵਿਸ਼ਵਾਸ ਬਣਾ ਲਿਓ ਵੀ ਬਾਹਰੋਂ ਕਿਤੇ ਸਾਨੂੰ ਕਿਤੇ ਇੱਧਰ ਉੱਧਰ ਮੱਥੇ ਲੱਗਣ ਦੀ ਲੋੜ ਨਹੀਂ। ਸਾਡੇ ਬਾਪੂ ਦਾ ਹੀ ਦਰ ਐਡਾ ਵੱਡਾ ਐਡਾ ਕਿ ਇੱਥੇ ਕਿਸੇ ਚੀਜ਼ ਦੀ ਕੋਈ ਘਾਟ ਹੀ ਨਹੀਂ। ਜੋ ਮੰਗਾਂਗੇ ਉਹੀ ਮਿਲਣਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਤੇ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸੇ ਆਗੇ ਕੀਚੈ ਅਰਦਾਸ। ਇੱਥੇ ਤੇ ਕਹਿੰਦੇ ਤੈਨੂੰ ਆ ਕੇ ਦੱਸਣ ਦੀ ਲੋੜ ਹੀ ਨਹੀਂ, ਜੋ ਤੇਰੇ ਮਨ ਵਿੱਚ ਹੈ ਤੂੰ ਅਰਦਾਸ ਕਰਦੇ, ਗੁਪਤ ਕਰਦੇ, ਉਹੀ ਭਾਵਨਾ ਤੇਰੀ ਪੂਰੀ ਹੋ ਜਾਣੀ ਹੈ। ਸੋ ਆਓ ਸਤਿਗੁਰੂ ਰਹਿਮਤ ਕਰਨ ਸਾਰੀਆਂ ਸੰਗਤਾਂ ਨੂੰ, ਇਸੇ ਤਰ੍ਹਾਂ ਸੇਵਾ ਸਿਮਰਨ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ ਹੈ, ਰਲ ਮਿਲ ਕੇ ਆਓ। ਸਾਰੇ ਸਮਾਂ ਹੋ ਗਿਆ, ਆਨੰਦ ਸਾਹਿਬ ਦਾ ਜਾਪ ਆਪਾਂ ਕਰਨਾ। ਅਗਲੇ ਹਫਤੇ ਆਪਾਂ ਫਿਰ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਇਸੇ ਤਰ੍ਹਾਂ ਆਪਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਹਰੀ ਜਸ ਦਾ ਲਾਹਾ ਲੈਣਾ ਹੈ। ਆਓ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਰਸਨਾ ਪਵਿੱਤਰ ਨਹੀਂ ਕੀਤੀ ਉਹ ਆਨੰਦ ਸਾਹਿਬ ਦੇ ਜਾਪ ਵਿੱਚ ਬੋਲ ਕੇ ਹਾਜ਼ਰੀ ਲਵਾ ਲਿਓ। ਗੱਜ ਕੇ ਆਖੋ ਸਤਿਨਾਮ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਰੇ, ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਕਹਿ ਕੇਤੀ ਮਨ ਭਜੀਆਂ ਵਧਾਇਆ। ਸਾਗਰ ਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਭ ਤੋਂ ਸਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਰਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਗਿਆਨ ਨਹੀਂ ਪਰ ਤੇਰਾ। ਐਸਾ ਤੇਰਾ ਸਭ ਕੁਝ ਹੈ ਜਿਸਨੇ ਹੈ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਸੇ ਸਭ ਤਕ ਮੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰ ਤੇਰਾ। ਸੱਚਾ ਨਾਮ ਮੇਰਾ ਆਧਾਰ। ਸਾਧ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਸਮਾਇਆ। ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਾਗਰ ਮਾਨ ਕੀ ਸਾਗਰ ਵਿਖੋ ਜਿਸ ਦੀ ਆਏ ਵਟਿਆਈਆਂ। ਕਹਿ ਨਾਨਕ ਸੁਣੋ ਸੰਤ ਸ਼ਬਦ ਤਰੁਤੇ ਹਰ। ਸਾਚਾ ਨਾਮ ਮੇਰਾ ਆਧਾਰ ਵਾਜੇ। ਸਬਦ ਸਿੱਧ ਕਾਰਤ ਪਾਗੈ ਕਾਰਤ ਪਾਗੈ ਸਾਬਤ ਵਾਜੇ। ਕਲਾ ਜਿਤ ਕਰ ਤਾਰਿਆ। ਪੰਜ ਦੂਤ ਵਿਦਵਾਸ ਕੀਤੇ, ਕਾਲ ਕੰਟਕ ਮਾਰਿਆ। ਆਲਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਸ ਕਰ ਅਨਹਦ ਬਾਜ। ਮਨ ਸੁਨੇ ਕਟ ਭਾਗਿਓ ਸਗਲ ਮਨੋਰਥ ਪੂਰੇ। ਹਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਦੂਰ। ਸੰਸਾਰ ਕਰੇ ਸੁਣੀ ਸਤੀ ਮਾਰੀ। ਅੰਤ ਸਾਜਨ ਭਏ ਸਰਸੇ ਪੂਰੇ, ਮਿਰਤੇ ਜਾਨੀ। ਨਿਤ ਕਹਤੇ ਪਵਿੱਤ ਸਤ ਫਿਰ ਰਹਿਆ ਪਰ ਪੂਰੇ। ਅੰਤ ਨਾਨਕ ਗੁਰ ਚਾਰਨ ਲਾਗੇ, ਵਾਜੇ ਅਨੰਦ ਸੁਰੇ।
ਦੁਨੀਆ ਕੋਲ ਆਪਣੀ ਗੇੜਾ ਕੇ ਦੂਰ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖੀ ਉਜਲੇ ਗਤੀ ਛੁੱਟੀ ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।